प्यारे दोस्तों, ਤੁਹਾਡਾ ਸਾਰਿਆਂ ਦਾ बहुत बहुत शुक्रिया। ਤੁਸੀਂ वक्त ਕੱਢਿਆ ਅੱਜ ਆਏ हो ਰੈਡੀਕਲ ਦੇਸੀ ਦੇ ਸੱਦੇ ਤੇ। ਪਹਿਲਾਂ ਤਾਂ ਜਰਨੈਲ ਸਿੰਘ ਆਰਟਿਸਟ ਦਾ ਧੰਨਵਾਦ ਕਿ ਉਹਨਾਂ ਨੇ ਸਾਨੂੰ ਥਾਂ ਮੁਹੱਈਆ ਕੀਤੀ ਹੈ, ਮੰਚ ਮੁਹੱਈਆ ਕੀਤਾ ਕਿ ਇੱਥੇ ਅਸੀਂ ਆਪਣਾ ਇਹ ਪ੍ਰੋਗਰਾਮ ਕਰ ਸਕੀਏ। ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਦਿਨ ਦੀ ਢੇਰ ਸਾਰੀ ਮੁਬਾਰਕਬਾਦ। ਅੱਜ ਹੈ ਜੀ ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਦਿਹਾੜਾ। ਜਿਹੜੇ ਲੋਕ ਵੀ ਮਨੁੱਖਤਾ ਦਾ ਦਰਦ ਰੱਖਦੇ ਨੇ ਉਹਨਾਂ ਲਈ ਇਹ ਦਿਨ ਬਹੁਤ ਇੰਪੋਰਟੈਂਟ ਹੈ, ਬੜਾ ਅਹਿਮ ਹੈ। ਦੁਨੀਆ ਭਰ ਦੇ ਜਿੱਥੇ ਵੀ ਘੱਟ ਗਿਣਤੀ ਦੇ ਹੱਕ ਨਪੀੜੇ ਜਾ ਰਹੇ ਨੇ, ਜਿੱਥੇ ਵੀ ਸਰਕਾਰੀ ਦਮਨ ਹੋ ਰਿਹਾ, ਉਸ ਦੇ ਖਿਲਾਫ ਮੂੰਹ ਖੋਲ੍ਹਣਾ ਸਾਡਾ ਫਰਜ਼ ਬਣਦਾ। ਔਰ ਅੱਜ ਦੇ ਦਿਨ ਇਸੇ ਕਰਕੇ ਅਸੀਂ ਇਸ ਦੀ ਜਾਣ ਕੇ ਚੋਣ ਕੀਤੀ ਕਿ ਆਪਣਾ ਰੈਡੀਕਲ ਦੇਸੀ ਦਾ ਕੈਲੰਡਰ ਰਿਲੀਜ਼ ਕਰੀਏ, ਕਿਉਂਕਿ ਇਸ ਵਾਰ ਦਾ ਜਿਹੜਾ ਸਾਡਾ ਕੈਲੰਡਰ ਹੈ ਉਹ ਸਮਰਪਿਤ ਹੈ ਡੈਸਮੰਡ ਟੂਟੂ ਨੂੰ। ਡੈਸਮੰਡ ਟੂਟੂ ਦੱਖਣੀ ਅਫਰੀਕਾ ਦਾ ਉਹ ਆਗੂ ਜਿਸ ਨੇ ਬਸਤੀਵਾਦ ਦੇ ਖਿਲਾਫ, ਗੁਲਾਮੀ ਦੇ ਖਿਲਾਫ ਲੜਾਈ ਲੜੀ, ਜਿਸ ਦਾ ਇੱਕ ਬੜਾ ਮਹੱਤਵਪੂਰਨ ਕਥਨ ਸੀ ਕਿ ਜਦੋਂ ਜਬਰ ਚੱਲ ਰਿਹਾ ਹੋਵੇ ਤਾਂ ਤੁਸੀਂ ਨਿਰਪੱਖਤਾ ਦਾ ਡਰਾਮਾ ਨਾ ਕਰੋ, ਤੁਹਾਨੂੰ ਇੱਕ ਸਾਈਡ ਲੈਣੀ ਪੈਣੀ ਹੈ। ਨਿਰਪੱਖ ਰਹਿ ਕੇ ਤੁਸੀਂ ਜ਼ਾਲਮ ਦਾ ਸਾਥ ਦੇ ਰਹੇ ਹੋ। ਇਹ ਉਹਦੇ ਕਥਨ ਅੱਜ ਵੀ ਸੱਚ ਨੇ। ਅਫਸੋਸ ਦੀ ਗੱਲ ਕਿ ਉਹ ਸਾਡੇ ਵਿੱਚ ਨਹੀਂ ਰਹੇ। ਪਿਛਲੇ ਸਾਲ ਦਸੰਬਰ ਮਹੀਨੇ 26 ਦਸੰਬਰ ਨੂੰ ਚਲਾਣਾ ਕਰ ਗਏ। ਅਸੀਂ ਚਾਹੁੰਦੇ ਤਾਂ ਸ਼ਾਇਦ ਪਿਛਲੇ ਸਾਲ ਵੀ ਕੈਲੰਡਰ ਉਹਨਾਂ ਨੂੰ ਅਰਪਿਤ ਕਰ ਸਕਦੇ ਸੀ, ਪਰ ਉਸ ਵੇਲੇ ਤੱਕ ਸਾਡਾ ਕੈਲੰਡਰ ਤਿਆਰ ਹੋ ਚੁੱਕਾ ਸੀ। ਕਿਸਾਨੀ ਅੰਦੋਲਨ ਦੀ ਕਾਮਯਾਬੀ ਨੂੰ ਸਮਰਪਿਤ ਕੈਲੰਡਰ ਸੀ ਜਿਹੜਾ ਕਿ ਅਸੀਂ ਜਾਰੀ ਕੀਤਾ। ਪਰ ਡੈਸਮੰਡ ਟੂਟੂ ਕਈਆਂ ਲਈ ਚਾਨਣ ਮੁਨਾਰਾ ਸੀਗੇ, ਕਈਆਂ ਲਈ ਪ੍ਰੇਰਣਾ ਸਰੋਤ ਸੀ। ਉਹਨਾਂ ਵਿੱਚ ਮੈਂ ਵੀ ਸ਼ਾਮਲ ਹਾਂ। ਸਾਡੇ ਰੈਡੀਕਲ ਦੇਸੀ ਦਾ ਜਿਹੜਾ ਮੈਗਜ਼ੀਨ ਦੀ ਵੈਬਸਾਈਟ 'ਤੇ ਜਾ ਕੇ ਵੇਖੋ, ਜਿਹੜਾ ਉਹਨਾਂ ਦਾ ਚਰਚਿਤ ਕਥਨ ਮੈਂ ਸ਼ੁਰੂ ਵਿੱਚ ਜਿਹਦੇ ਬਾਰੇ ਦੱਸਿਆ ਉਹ ਉੱਥੇ ਅੰਕਿਤ ਆ। ਸੋ ਡੈਸਮੰਡ ਟੂਟੂ ਨੇ ਨਾ ਸਿਰਫ ਆਪਣੇ ਭਾਈਚਾਰੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ, ਉਸਨੇ ਦੁਨੀਆ ਭਰ ਜਿੱਥੇ ਜਿੱਥੇ ਜ਼ੁਲਮ ਹੋਇਆ ਉਸ ਦੇ ਖਿਲਾਫ ਵੀ ਨਿਸ਼ਾਨਦੇਹੀ ਕੀਤੀ ਹੈ। ਇੱਥੋਂ ਤੱਕ ਕਿ ਕਸ਼ਮੀਰ ਦੇ ਮਸਲੇ ਦੇ ਉੱਤੇ ਵੀ ਡੈਸਮੰਡ ਟੂਟੂ ਤੇ ਨੈਲਸਨ ਮੰਡੇਲਾ ਖੜੇ ਹੋਏ। ਇਹ ਵੀ ਹਕੀਕਤ ਹੈ। ਔਰ ਵੇਖੋ ਕਿ ਡਰਾਮਾ ਨਰਿੰਦਰ ਮੋਦੀ ਦਾ, ਜਦੋਂ ਡੈਸਮੰਡ ਟੂਟੂ ਚੱਲ ਵਸਿਆ ਤਾਂ ਮੋਦੀ ਨੇ ਵੀ ਉਸ ਨੂੰ ਸੋਸ਼ਲ ਮੀਡੀਆ 'ਤੇ ਜਾ ਕੇ ਨਤਮਸਤਕ ਹੋਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਅਸਲੀਅਤ ਇਹ ਹੈ ਕਿ ਮੋਦੀ ਦੇ ਰਾਜ ਵਿੱਚ ਸਟੈਨ ਸਵਾਮੀ ਵਰਗਾ ਪ੍ਰਚਾਰਕ ਕਸਟਡੀ 'ਚ ਮਰਿਆ। ਜੇ ਡੈਸਮੰਡ ਟੂਟੂ ਇੰਡੀਆ 'ਚ ਹੁੰਦਾ ਉਸ ਦੇ ਨਾਲ ਵੀ ਉਹੀ ਹੋਣਾ ਸੀ ਜੋ ਸਟੈਨ ਸਵਾਮੀ ਨਾਲ ਮੋਦੀ ਹਕੂਮਤ ਥੱਲੇ ਹਿਰਾਸਤ ਵਿੱਚ ਹੋਇਆ। ਸੋ ਕਿਹੜੇ ਮੂੰਹ ਨਾਲ ਤੂੰ ਉੱਥੇ ਯਾਦ ਕਰ ਰਿਹਾ ਡੈਸਮੰਡ ਟੂਟੂ ਨੂੰ? ਡੈਸਮੰਡ ਟੂਟੂ ਦੇ ਉੱਤੇ ਮੋਦੀ ਦਾ ਕੋਈ ਦਾਅਵਾ ਨਹੀਂ ਬਣਦਾ। ਸੋ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਡੈਸਮੰਡ ਟੂਟੂ ਨੂੰ ਅਰਪਿਤ ਕੈਲੰਡਰ ਅਸੀਂ ਰਿਲੀਜ਼ ਕਰਨਾ। ਉਸ ਤੋਂ ਪਹਿਲਾਂ ਕੁਝ ਬੁਲਾਰਿਆਂ ਨੂੰ ਮੈਂ ਸੱਦਾਂਗਾ, ਕ੍ਰਮਵਾਰ ਉਹ ਆ ਕੇ ਆਪਣੀ ਰਾਏ ਦੇਣਗੇ, ਆਪਣੇ ਵਿਚਾਰ ਰੱਖਣਗੇ। ਪਰ ਸਭ ਤੋਂ ਪਹਿਲਾਂ ਜਰਨੈਲ ਸਿੰਘ ਉਹਨਾਂ ਦਾ ਧੰਨਵਾਦ ਕਿ ਉਹਨਾਂ ਨੇ ਆਪਣੇ ਹੱਥਾਂ ਦੇ ਨਾਲ ਬਹੁਤ ਹੀ ਖੂਬਸੂਰਤ ਚਿੱਤਰ ਤਿਆਰ ਕੀਤਾ ਡੈਸਮੰਡ ਟੂਟੂ ਦਾ, ਜਿਹੜਾ ਕਿ ਅਸੀਂ ਕੈਲੰਡਰ ਵਿੱਚ ਸ਼ਾਮਿਲ ਕੀਤਾ। ਸੋ ਕੈਲੰਡਰ ਦੀ ਸ਼ਾਨ ਵਧਾਈ ਉਹਨਾਂ ਨੇ, ਇਹ ਮੰਚ ਮੁਹੱਈਆ ਕੀਤਾ, ਆਪਣੀ ਥਾਂ ਦਿੱਤੀ ਤਾਂ ਜੋ ਅਸੀਂ ਇਸ ਸਮਾਗਮ ਇੱਥੇ ਕਰ ਸਕੀਏ। ਸੋ ਜਰਨੈਲ ਸਿੰਘ ਜੀ ਦਾ ਬਹੁਤ ਧੰਨਵਾਦ। ਸੋ ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਿਸਟ ਨੂੰ ਸੱਦਾ ਦੂੰਗਾ ਕਿ ਆ ਕੇ ਦੋ ਸ਼ਬਦ ਕਹਿਣ, ਜਿਸ ਤੋਂ ਪਿੱਛੋਂ ਇਮਤਿਆਜ਼ ਪੋਪਟ ਤਿਆਰ ਰਹਿਣ। ਪਹਿਲਾਂ ਤਾਂ ਸਾਰੇ ਹੀ ਦੋਸਤਾਂ ਮਿੱਤਰਾਂ ਦਾ ਜੀ ਆਇਆਂ। ਸਾਡੇ ਇੱਥੇ ਘਰੇ ਤੁਸੀਂ ਵਿਹੜੇ 'ਚ ਚਰਨ ਪਾਏ ਇੰਨੇ ਸ਼ਾਰਟ ਨੋਟਿਸ 'ਤੇ, ਸਾਰਿਆਂ ਨੂੰ ਜੀ ਆਇਆਂ। ਔਰ ਮੇਰੇ ਵਾਸਤੇ ਮਤਲਬ ਬਹੁਤ ਖੁਸ਼ੀ ਦੀ ਗੱਲ ਆ ਕਿ ਅੱਜ ਹਿਊਮਨ ਰਾਈਟਸ ਡੇ 'ਤੇ ਇਹ ਜਿਹੜਾ ਕੈਲੰਡਰ ਹੈ ਰੈਡੀਕਲ ਦੇਸੀ ਵੱਲੋਂ ਜਾਰੀ ਕੀਤਾ ਜਾ ਰਿਹਾ। ਦਰਅਸਲ ਮੈਂ ਸਮਝਦਾ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਜਿਹੜੀ ਵੀ ਸੋਚ ਦਸਾਂ ਗੁਰੂਆਂ ਨੇ ਸਾਨੂੰ ਦਿੱਤੀ ਉਹ ਇਹੀ ਆ ਕਿ ਜਿੱਥੇ ਵੀ ਜ਼ਬਰ ਤੇ ਜ਼ੁਲਮ ਹੁੰਦਾ ਉਹਦੇ ਖਿਲਾਫ ਆਵਾਜ਼ ਚੱਕੀ ਜਾਵੇ ਔਰ ਉਹਦੇ ਖਿਲਾਫ ਸੰਘਰਸ਼ ਕੀਤਾ ਜਾਵੇ। ਔਰ ਮੈਂ ਸਮਝਦਾ ਵੀ ਇਹ ਜਿਹੜਾ ਵਰਲਡ ਹਿਊਮਨ ਰਾਈਟਸ ਡੇ ਆਪਾਂ ਮਨਾ ਰਹੇ ਹੈਗੇ ਆ, ਇਹਦੇ ਵਿੱਚ ਉਹਨਾਂ ਦੇ ਸੁਨੇਹੇ ਦੀ ਨੂੰ ਹੀ ਅਸੀਂ ਅੱਗੇ ਲਿਜਾਣ ਦੀ ਯਤਨਸ਼ੀਲ ਹੈਗੇ ਆ। ਔਰ ਇਹਦੇ ਲਈ ਮੈਂ ਰੈਡੀਕਲ ਦੇਸੀ ਗੁਰਪ੍ਰੀਤ ਹੋਰਾਂ ਨੂੰ ਬਹੁਤ ਵਧਾਈ ਦਿੰਦਾ ਕਿ ਹਮੇਸ਼ਾ ਹੀ ਵਰਲਡ ਹਿਊਮਨ ਰਾਈਟਸ ਡੇ 'ਤੇ ਇਹ ਆਪਣਾ ਜਿਹੜਾ ਕੈਲੰਡਰ ਆ ਉਹ ਜਾਰੀ ਕਰਦੇ। ਔਰ ਜਿਹੜਾ ਪਿਛਲਾ ਕੈਲੰਡਰ ਸੀ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀਗਾ, ਅਤੇ ਐਤਕੀ ਇਹ ਡੈਸਮੰਡ ਟੂਟੂ ਜਿਨ੍ਹਾਂ ਦੇ ਬਾਰੇ ਗੱਲ ਕਰ ਚੁੱਕੇ ਆ, ਕਿਉਂਕਿ ਉਹਨਾਂ ਵੀ ਬੜੀ ਮਤਲਬ ਲੰਮੀ ਜਦੋਜਹਿਦ ਔਰ ਸੰਘਰਸ਼ ਕੀਤਾ ਔਰ ਆਪਣੇ ਲੋਕਾਂ ਦੇ ਹੱਕ ਵਿੱਚ ਖੜ੍ਹੇ ਔਰ ਦੁਨੀਆ ਨੂੰ ਇੱਕ ਸੁਨੇਹਾ ਦਿੱਤਾ ਕਿ ਜਿੱਥੇ ਵੀ ਧੱਕਾ ਹੁੰਦਾ, ਜ਼ਬਰ ਜ਼ੁਲਮ ਹੁੰਦਾ, ਡਿਸਕ੍ਰਿਮੀਨੇਸ਼ਨ ਹੁੰਦੀ ਆ, ਉਹਦੇ ਖਿਲਾਫ ਆਵਾਜ਼ ਚੱਕਣੀ ਚਾਹੀਦੀ ਆ। ਜੇ ਤੁਸੀਂ ਨਿਰਪੱਖ ਰਹਿੰਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਤੁਸੀਂ ਜਿਹੜਾ ਧੱਕਾ ਕਰਨ ਵਾਲਾ ਆ, ਡਿਸਕ੍ਰਿਮੀਨੇਸ਼ਨ ਕਰਨ ਵਾਲਾ, ਤੁਸੀਂ ਉਹਦੇ ਨਾਲ ਖੜ੍ਹੇ ਹੋ, ਨਾ ਬੋਲ ਕੇ। ਸੋ ਹਮੇਸ਼ਾ
ਇਹ ਜਿਹੜਾ ਆ ਕਿ ਜਿੱਥੇ ਵੀ ਗਲਤ ਗੱਲ ਹੁੰਦੀ ਆ ਉਹਦੇ ਖਿਲਾਫ ਆਵਾਜ਼ ਚੁੱਕਣੀ ਚਾਹੀਦੀ ਆ। ਔਰ ਗੁਰਪ੍ਰੀਤ ਹੋਰਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਕਿ ਇਹ ਲੰਮੇ ਸਮੇਂ ਤੋਂ ਇਸ ਉਹਦੇ ਵਿੱਚ ਲੱਗੇ ਹੋਏ ਨੇ, ਯਤਨਸ਼ੀਲ ਨੇ, ਹਰ ਸਾਲ ਕੈਲੰਡਰ ਜਾਰੀ ਕਰਦੇ ਆ ਔਰ ਇਹ ਜਿਹੜੇ ਡਿਸਕ੍ਰਿਮੀਨੇਸ਼ਨ ਦੇ ਅਗੇਂਸਟ ਜਿਹੜੀ ਆਵਾਜ਼ ਆ ਉਹਨੂੰ ਜਾਰੀ ਰੱਖ ਰਹੇ ਨੇ। ਬਹੁਤ ਬਹੁਤ ਮੁਬਾਰਕਾਂ। ਸ਼ੁਕਰੀਆ ਜੀ, ਮਿਹਰਬਾਨੀ ਜਰਨੈਲ ਸਿੰਘ ਜੀ ਤੁਹਾਡੇ ਨੇਕ ਸ਼ਬਦਾਂ ਲਈ। ਜਰਨੈਲ ਸਿੰਘ ਜੀ ਦੀ ਖੂਬੀ ਇਹ ਕਿ ਸਿਰਫ ਇਹਨਾਂ ਨੇ ਇਤਿਹਾਸ ਨਾਲ ਜੁੜੀਆਂ ਪੇਂਟਿੰਗਸ ਨਹੀਂ ਬਣਾਈਆਂ, ਜਿਵੇਂ ਕਿ ਕਾਮਾਗਾਟਾ ਮਾਰੂ ਬਾਰੇ ਅਸੀਂ ਸਾਰੇ ਜਾਣਦੇ, ਇਹਨਾਂ ਨੇ ਪੇਂਟਿੰਗਸ ਬਣਾਈਆਂ ਉਹਦੇ ਬਾਰੇ। ਇਹਨਾਂ ਨੇ ਜਸਵੰਤ ਸਿੰਘ ਖਾਲੜਾ ਦਾ ਪੋਰਟਰੇਟ ਬਣਾਇਆ ਰੈਡੀਕਲ ਦੇਸੀ ਵਾਸਤੇ। ਜੋ ਉੱਥੇ ਜ਼ੁਲਮ ਸਤਮ ਹੋ ਰਿਹਾ ਉਸ ਨੂੰ ਬੜੇ ਵਧੀਆ ਤਰੀਕੇ ਨਾਲ ਰੰਗਾਂ ਨਾਲ ਕੈਨਵਸ 'ਤੇ ਉਤਾਰਿਆ। ਰੈਡੀਕਲ ਦੇਸੀ ਨੂੰ ਮਾਣ ਇਸ ਗੱਲ ਦਾ ਸੀ, ਉਹਨਾਂ ਦੀ ਪੇਂਟਿੰਗਸ ਸਮੇਂ-ਸਮੇਂ 'ਤੇ ਪ੍ਰਕਾਸ਼ਿਤ ਵੀ ਕੀਤੀਆਂ। ਭਾਈ ਮੇਵਾ ਸਿੰਘ ਦਾ ਪੋਰਟਰੇਟ ਇਹਨਾਂ ਨੇ ਬਣਾਇਆ। ਇਸੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦੇ ਜਦੋਂ 550ਵਾਂ ਜਨਮ ਦਿਹਾੜਾ ਮਨਾਇਆ ਗਿਆ, ਕੈਲੰਡਰ ਅਸੀਂ ਜਾਰੀ ਕੀਤਾ, ਉਸ ਵਿੱਚ ਬਾਬੇ ਨਾਨਕ ਨੂੰ ਅਸੀਂ ਹਲ ਪਾਉਂਦਿਆਂ ਵੇਖ ਸਕਦੇ ਹਾਂ। ਉਹ ਵੀ ਇਹਨਾਂ ਦੀ ਮਿਹਨਤ ਸੀ, ਜਰਨੈਲ ਸਿੰਘ ਉਹਨਾਂ ਦੀ। ਸੋ ਵਧਾਈ ਦੇ ਪਾਤਰ ਨੇ। ਸੋ ਅਗਲੇ ਸਾਡੇ ਬੁਲਾਰੇ ਨੇ ਜੀ ਇਮਤਿਆਜ਼ ਪੋਪਟ, ਜਿਹੜੇ ਕਿ ਗੁਜਰਾਤੀ ਮੂਲ ਦੇ ਮੁਸਲਮਾਨ ਨੇ ਔਰ ਇੱਕ ਐਕਟਿਵਿਸਟ ਨੇ। ਕੋਲੀਸ਼ਨ ਅਗੇਂਸਟ ਬਿਗੇਟਰੀ ਨਾਂ ਦਾ ਗਰੁੱਪ ਇਹਨਾਂ ਨੇ ਖੜਾ ਕੀਤਾ ਨਸਲਵਾਦ ਦੇ ਖਿਲਾਫ। ਮੈਂ ਚਾਹਾਂਗਾ ਕਿ ਉਹ ਆ ਕੇ 2 ਲਫ਼ਜ਼ ਜ਼ਰੂਰ ਕਹਿਣ। ਉਸ ਤੋਂ ਪਿੱਛੋਂ ਐਨੀ ਉਹਨਾਂ ਨੂੰ ਬੇਨਤੀ ਕਿ ਉਹ ਤਿਆਰ ਰਹੇ। आदाब दोस्तों, आज इंटरनेशनल ह्यूमन राइट्स डे है। पहले तो गुरप्रीत सिंह को, रेडिकल देसी को थैंक यू सो मच फॉर ऑर्गेनाइजिंग दिस इवेंट। एंड हर साल वो कैलेंडर बनाते हैं। एंड जर्नल सिंह, थैंक यू फॉर होस्टिंग अस, थैंक यू सो मच। एंड यू नो मैं अफ्रीका से, आई एम फ्रॉम अफ्रीका, सो मुझे बड़ा फ़ख्र है कि बाबा डेज़मंड टुटू को आप इस तरह से आप डेडिकेट करते हैं। You know in Swahili, Baba means father. So you know we always refer to Baba Mandela, Baba Tutu, you know, and because Baba तो हमारी भाषा में भी है ना, तो बड़ा फ़ख्र है। Also I have to want to बता देना चाहे कि जिस समय में हम खड़े हैं वो क्वांटलैंड, सेमियामू, कैथसी, इसकी ज़मीनें जिस ऑक्यूपाइड ज़मीनें जैसे ब्रिटिश राज के और कनाडा के राज से, जैसे ब्रिटिश राज इंडिया को जो ऑक्यूपाई किया था और सारे देश को, पाकिस्तान को सेम इसको है। तो टुडेज इंटरनेशनल ह्यूमन राइट्स डे, so we have to remember that this is all occupied territory. आज शाम को 6 बजे we are doing online town hall on International Human Rights Day. You can go to the Coalition Against Bigotry Facebook page, वहाँ link है, you can go and join the link and it will be recorded and it will be on the group as well. So human rights के बारे में चर्चा होंगी, we will have a good discussion inshallah. So thank you again and मुबारकबाद। थैंक यू विकास भाई। इम्तियाज़ होਰਾਂ ਨੇ ਜਿਹੜੀ ਗੱਲ ਕਹੀ ਹੈ ਗੌਰ ਮੰਗਦੀ ਹੈ, ਕਿਉਂਕਿ ਮੈਂ ਅੱਜ ਕੱਲ੍ਹ ਕਿਤਾਬ ਪੜ੍ਹ ਰਿਹਾ ਡੈਸਮੰਡ ਟੂਟੂ ਤੇ। ਉਹ ਵਾਕਈ ਅਫਰੀਕੀ ਭਾਸ਼ਾ 'ਚ ਉਹਨਾਂ ਨੂੰ ਸਨੇਹ ਨਾਲ ਬਾਬਾ ਕਹਿੰਦੇ ਸੀਗੇ, ਜਿਵੇਂ ਸਾਡੇ ਗਦਰੀ ਬਾਬੇ ਹੋਏ, ਸਾਡੇ ਆਪਣੇ ਬਜ਼ੁਰਗ ਹੋਏ, ਉਹਨਾਂ ਦੀ ਸ਼ਬਦਾਵਲੀ 'ਚ ਵੀ ਬਾਬਾ ਡੈਸਮੰਡ ਟੂਟੂ ਕਿਹਾ ਜਾਂਦਾ ਸੀ। ਐਨੀ ਓਹਾਨਾ ਨੀਡਸ ਨੋ ਇੰਟਰੋਡਕਸ਼ਨ, ਐਂਟੀ ਰੇਸਿਜ਼ਮ ਐਜੂਕੇਟਰ ਹੈ, ਟੀਚਰ ਹੈ, ਇੱਕ ਜੂਇਸ਼ ਔਰਤ ਹੈ, ਹਮੇਸ਼ਾ ਨਸਲਵਾਦ ਦੇ ਖਿਲਾਫ ਖੜੀ ਹੋਈ। ਇੱਥੋਂ ਤੱਕ ਕਿ ਭਾਰਤ ਵਿੱਚ ਜਿਹੜੇ ਜ਼ੁਲਮ ਹੋ ਰਹੇ ਉਸ ਦੇ ਖਿਲਾਫ ਵੀ ਡਟ ਕੇ ਬੋਲੀ ਹੈ। ਸੋ ਐਨੀ ਓਹਾਨਾ ਨੂੰ ਮੈਂ ਬੇਨਤੀ ਕਰੂੰਗਾ ਕਿ ਆ ਕੇ ਡੈਸਮੰਡ ਟੂਟੂ ਬਾਰੇ ਚਾਨਣਾ ਪਾਵੇ। ਉਸ ਤੋਂ ਪਿੱਛੋਂ ਸਰਦਾਰ ਬਰਜਿੰਦਰ ਸਿੰਘ ਜੀ ਤਿਆਰ ਰਹਿਣ। I'm so sorry that I won't be able to speak the language. That's something I have to rectify. You know, it's interesting. I grew up watching Desmond Tutu and Nelson Mandela. I was in grade 6 or 7, when Nelson Mandela became president of South Africa after the 27 years of being imprisoned. And so to me, Desmond Tutu was very large in my mind. It's actually shocking these days when I ask students, you know Desmond Tutu, do you know Nelson Mandela? You don't get as strong of an answer. And so I think it's so vital that we keep those names alive, we keep those legacies alive, because yes, it is the International Day of Human Rights, and when you think of folks that had to fight every single, you know, kind of oppression you can imagine, I think Desmond Tutu is one of those people. I remember thinking of him as, you know, this laughing giant figure that no matter what he came up against, there was always this joy and love and beauty to it. And he just seemed to understand that, you know, out of this will come a better time. And so I think it's so important that we remember those kind of leaders. I feel we're missing that kind of leadership in today's world. It's almost reactionary rather than truly transforming and returning, whether it's land, culture, people. So it's truly an honor to
Desmond Tutu be on this calendar. And I just, it's funny because the STA, the first vice president is Lizanne Foster, who's South African, and I'm sure I can't wait to give her one because I know that she was teaching under apartheid. So she will know so well the role Desmond Tutu played in their freedom. And I think for me as an educator, I always use the Tutus of the world to teach that liberation and that joy. So thank you so much for doing that and really centering their voices today. ਅਗਲੇ ਸਾਡੇ ਬੁਲਾਰੇ ਨੇ ਸਰਦਾਰ ਬਰਜਿੰਦਰ ਸਿੰਘ ਜੀ, ਜਿਹੜਾ ਕਿ ਸਿੱਖ ਕਤਲੇਆਮ ਹੋਇਆ 1984 ਵਿੱਚ, ਉਸ ਵਿੱਚ ਮਾਰੇ ਗਏ ਲੋਕਾਂ ਦੀ ਯਾਦ 'ਚ ਹਰ ਸਾਲ ਖੂਨਦਾਨ ਕੈਂਪ ਇਹਨਾਂ ਵੱਲੋਂ ਸ਼ੁਰੂ ਕੀਤਾ ਗਿਆ। 165 ਮਨੁੱਖੀ ਜਾਨਾਂ ਬਚਾਈਆਂ ਜਾ ਚੁੱਕੀਆਂ ਨੇ ਹੁਣ ਤੱਕ। ਤੁਸੀਂ ਵੇਖ ਲਓ, ਜਦੋਂ ਕਤਲੇਆਮ ਹੋਇਆ ਸਰਕਾਰੀ ਗੁੰਡਾਂ ਨੇ ਨਾਰੇ ਲਾਏ ਖੂਨ ਕਾ ਬਦਲਾ ਖੂਨ ਸੇ ਲੈਂਗੇ। ਇੱਥੇ ਖੂਨ ਦਾਨ ਕਰਕੇ ਮਨੁੱਖੀ ਜਾਨਾਂ ਬਚਾਈਆਂ ਜਾ ਰਹੀਆਂ ਨੇ। ਇਹ ਜਵਾਬ ਹੈ ਨਾ ਲੋਕਾਂ ਦਾ ਉਹਨਾਂ ਹੁਕਮਰਾਨਾਂ ਨੂੰ ਜਿਨ੍ਹਾਂ ਨੇ ਕਤਲੇਆਮ ਕੀਤਾ। ਵੈਸੇ ਜਿਵੇਂ ਜਰਨੈਲ ਸਿੰਘ ਉਹਨਾਂ ਨੇ ਵੀ ਕਿਹਾ, ਸਬੱਬ ਨਾਲ ਇੱਕ ਦੌਰ ਸੀ ਜਦੋਂ ਲੈਂਬਰ ਸਿੰਘ ਦੇ ਵੇਲਾ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਹਾੜਾ ਵੀ 10 ਦਸੰਬਰ ਨੂੰ ਹੀ ਸੀਗਾ। ਸੋ ਉਹ ਸੋਚ ਦੇ ਧਾਰਨੀ ਬਰਜਿੰਦਰ ਸਿੰਘ ਜੀ ਸਾਡੇ ਨਾਲ ਨੇ। ਆਓ ਉਹਨਾਂ ਦੇ ਵਿਚਾਰ ਸੁਣਦੇ ਹਾਂ। ਹਾਂਜੀ, ਧੰਨਵਾਦ ਆਪਣੇ ਵੀਰ। ਇਹ ਜਿਹੜੀ ਇੰਟਰੋਡਕਸ਼ਨ ਵੀਰ ਨੇ ਮੇਰੇ ਵਾਸਤੇ ਦਿੱਤੀ ਆ ਬਲੱਡ ਨੇਸ਼ਨ ਕੰਪੇਨ, ਉਹ 'ਚ ਮੇਰਾ ਉਹ ਰੋਲ ਨਹੀਂ ਹੁੰਦਾ। ਇਹ ਬਹੁਤ, ਮੈਂ ਉਹਦੇ 'ਚ ਇੱਕ ਛੋਟਾ ਜਿਹਾ ਵਲੰਟੀਅਰ ਹਾਂ। ਉਹਦੇ 'ਚ ਹੰਡਰਡਸ, ਬਹੁਤ ਸੈਂਕੜੇ ਵਲੰਟੀਅਰ ਨੇ, ਹਜ਼ਾਰਾਂ ਡੋਨਰ ਨੇ। ਉਹ ਇੱਕ ਤਰੀਕਾ ਹੈਗਾ ਜਿਵੇਂ ਵੀਰ ਕਰਦਾ ਜਾਂ ਜਰਨੈਲ ਸੋਹਣੀ ਕਰਦੇ ਆ। ਦੇਖੋ, ਛੋਟੇ ਛੋਟੇ ਰੋਲ ਨੇ, ਛੋਟੇ ਛੋਟੇ ਦੀਵੇ ਜਗਦੇ ਆ। ਅੱਜ ਜੇ ਹਿਸਾਬ ਨਾਲ ਮਨੁੱਖਤਾ ਜਿਹੜੇ ਥਾਂ ਤੇ ਖੜੀ ਆ, ਕਿਉਂਕਿ ਮੈਂ ਤਾਂ ਦੇਖਣਾ ਹੀ 84 ਤੋਂ ਬਾਅਦ ਸ਼ੁਰੂ ਕੀਤਾ। ਮੈਨੂੰ ਪਹਿਲਾਂ ਪਤਾ ਹੀ ਨਹੀਂ ਸੀ ਵੀ ਮਨੁੱਖ ਕੀ ਆ, ਮੈਂ ਕੀ ਆ, ਹਕੂਮਤਾਂ ਕੀ ਨੇ। ਪਰ 38 ਸਾਲਾਂ ਤੋਂ ਬਾਅਦ ਪਤਾ ਹੀ ਇਹ ਆ, ਹੋਰ ਕੁਛ ਨਹੀਂ ਪਤਾ। ਡੈਸਮੰਡ ਟੂਟੂ ਤਾਂ ਇੱਕ ਚਰਚ ਦੇ ਨਾਲ ਰਿਲੇਟਡ ਇੱਕ ਲੀਡਰ ਸੀਗਾ ਜਿਹਨੇ ਆਪਦੀ ਜ਼ਿੰਮੇਵਾਰੀ ਨੂੰ ਸਮਝਿਆ ਤੇ ਉਹਨੇ ਬਹੁਤ ਆਲਾ ਰੋਲ ਕੀਤਾ। ਰੋਲ ਤਾਂ ਜਦੋਂ ਸੰਜੀਵ ਭੱਟ ਵਰਗਿਆਂ ਦਾ ਦੇਖਦੇ ਆ ਨਾ, ਜਿਹੜਾ ਇੱਕ ਬਹੁਤ ਤਕੜਾ ਪੁਲਿਸ ਅਫਸਰ ਆ ਤੇ ਬੜਾ ਖੇਡਣ ਵਾਲਾ, ਉਹਦੀ ਇੰਗਲਿਸ਼ ਜਦੋਂ ਤੁਸੀਂ ਲਿਖੀ ਹੋਈ ਪੜ੍ਹੋ, ਬੰਦਾ ਕਹਿੰਦਾ ਯਾਰ ਇਹ ਬੰਦਾ ਇੰਨਾ ਸੋਹਣਾ, ਇੰਨਾ ਪੜ੍ਹਿਆ ਹੋਇਆ ਬੰਦਾ ਤੇ ਸਪੋਰਟਸਮੈਨ, ਡੇਲੀ ਗਰਾਊਂਡ ਜਾਣ ਵਾਲਾ। ਉਹਨੂੰ ਇੱਕ ਹਾਕਮ 30 ਸਾਲ ਦੇ ਲਈ ਅੰਦਰ ਕਰ ਦਿੰਦਾ। ਜ਼ੁਲਮ ਹੁੰਦੇ ਆ। ਮੀਡੀਆ ਦਾ ਇੱਕ ਵੀ ਸੈਕਸ਼ਨ ਉਹਦੇ ਲਈ ਖੜਾ ਨਹੀਂ ਹੁੰਦਾ। ਭਾਰਤ ਦੇ 140 ਕਰੋੜ ਦੇ ਲੋਕਾਂ ਦੇ ਵਿੱਚੋਂ ਕੋਈ ਵੀ ਉੱਠ ਕੇ ਬਾਂਹ ਚੱਕ ਕੇ ਖੜੀ ਨਹੀਂ ਕਰਦਾ। ਜਿਹੜੀ ਕਰਦਾ ਵੀ ਆ, ਜੇ ਹਰਤੋਸ਼ ਬੱਲ ਵਰਗੇ ਕਰਦੇ ਨੇ, ਉਹ ਬਾਂਹ ਨੀਵੀਂ ਕਰ ਦਿੱਤੀ ਜਾਂਦੀ ਆ। ਇਹ ਸਾਡੇ ਲਈ ਇੱਕ ਇੰਨਾ ਵਧੀਆ ਸੁਨੱਖਾ ਟਾਈਮ ਆ ਜਿਹਦੇ ਵਿੱਚ ਪਤਾ ਲੱਗਦਾ ਬਈ ਤੁਸੀਂ ਜਿਵੇਂ ਵੀਰ ਨੇ ਕਿਹਾ ਨਿਊਟਰਲ, ਬਹੁਤ ਭੱਦਾ ਸ਼ਬਦ ਆ ਨਿਊਟਰਲ। ਮੁਰਦੇ ਨਿਊਟਰਲ ਹੁੰਦੇ ਨੇ। ਬੰਦਾ ਤਾਂ ਕੋਈ ਸਾਈਡ ਲਊਗਾ, ਜਾਂ ਗਲਤ ਲਊਗਾ ਜਾਂ ਠੀਕ ਲਊਗਾ। ਜੇ ਬੰਦਾ ਤਾਂ ਇਹ ਸਵਾਲ ਆਪਣੇ ਕੋਲ ਸਾਰਿਆਂ ਕੋਲੇ ਖੜੇ ਨੇ। ਜਿਹੜੇ ਵੀ ਉਹਦੇ ਤੇ ਆਪਦਾ ਰੋਲ ਕਰਦੇ, ਚਲੇ ਤਾਂ ਸਾਰਿਆਂ ਨੇ ਜਾਣਾ, ਮੋਦੀਆਂ ਨੇ ਵੀ ਚਲੇ ਜਾਣਾ। ਪਰ ਅੱਖੋਂ ਪਰੋਖੇ ਨਾ ਕਰੀਏ। ਜਿਹੜੀਆਂ ਇਲੈਕਸ਼ਨਾਂ ਵਗੈਰਾ ਹੁੰਦੀਆਂ ਉਹ ਚੀਜ਼ਾਂ ਆਪਾਂ ਨੂੰ ਦੱਸਦੀਆਂ ਨੇ। ਜਿਹੜਾ ਜਿੰਨਾ ਜ਼ਿਆਦਾ ਜ਼ੁਲਮ ਕਰਦਾ, ਮੋਦੀ ਨੂੰ ਕੋਈ ਰਿਪਲੇਸ ਕਰ ਸਕਦਾ? ਹਾਂਜੀ, ਕਰ ਸਕਦਾ। ਮੋਦੀ ਤੋਂ ਗੰਦਾ ਹੋਣਾ ਚਾਹੀਦਾ। ਪਰ ਉਡੀਕਦੇ ਨੇ, ਚਾਹੇ ਉਹ ਕੇਜਰੀਵਾਲ ਬਣ ਜੇ, ਉਹ ਮਖੌਟਾ ਪਾ ਕੇ ਆਪਦੀ ਓਨੈਸਟੀ ਵਾਲਾ ਆ ਕੇ ਜੇ। ਹਿਟਲਰ ਤੋਂ ਵੱਧ ਕੋਈ ਓਨੈਸਟ ਨਹੀਂ ਸੀਗਾ। ਪਰ ਲੱਗੂਗਾ ਇਹ ਜਿਹੜੇ ਵਿਚਾਰੇ ਗੌਤਮ ਲੱਖੇ ਵਰਗੇ, 9 ਲੱਖੇ ਵਰਗੇ ਬੈਠੇ ਆ ਨਾ, ਉਹਦਾ ਤੁੰਨ ਦਿੱਤੇ ਜਾਂਦੇ ਆ। ਪਰ ਆਮ ਲੋਕਾਂ ਨੇ ਹੀ ਫੈਸਲਾ ਕਰਨਾ। ਉਹ ਚਾਹੇ ਥੋੜਿਆਂ ਤੋਂ ਸ਼ੁਰੂ ਹੋ ਜਾਏ, ਬਾਹਲਿਆਂ ਤੋਂ ਸ਼ੁਰੂ ਹੋ ਜਾਈਏ ਆਪਾਂ। ਅਦਰਵਾਈਜ਼ ਮਨੁੱਖਤਾ ਬਹੁਤ ਹੀ ਪ੍ਰਕੇਰੀਅਸ ਟਾਈਮ ਦੇ ਵਿੱਚ ਖੜੀ ਆ। ਇਦੋਂ ਵੱਧ ਭਿਆਨਕ ਮੇਰਾ ਖਿਆਲ ਆ ਸਮਾਂ, ਪੁਰਾਣੇ ਸਮਿਆਂ ਨੂੰ ਯਾਦ ਕਰਕੇ ਦੱਸਿਆ ਜਾਂਦਾ ਕਿ ਬਹੁਤ ਭਿਆਨਕ ਸੀ। ਨਹੀਂ, ਅੱਜ ਸਭ ਤੋਂ ਵੱਧ ਭਿਆਨਕ ਆ ਜਦੋਂ 140 ਕਰੋੜ ਲੋਕਾਂ ਨੂੰ ਇੱਕ ਬੇਵਕੂਫ ਬਣਾ ਕੇ ਬੰਦਾ ਨਹੀਂ ਬੈਠਾ, ਲੋਕ ਉਹਦੇ ਨਾਲ ਨੇ। ਗੁਜਰਾਤ ਦੇ ਲੋਕਾਂ ਦੀਆਂ ਤੁਸੀਂ ਮੀਡੀਆ ਦੇ ਵਿੱਚ ਓਨੈਸਟ ਇੰਟਰਵਿਊ ਜਿਹੜੀਆਂ ਹੋਈਆਂ ਉਹ ਦੱਸਦੇ, ਸਾਨੂੰ ਤਾਂ ਬਹੁਤ ਵਧੀਆ ਲੱਗਦਾ ਹੈ। ਇੰਨਾ ਅਫਸੋਸ ਹੁੰਦਾ ਦੇਖ ਕੇ।
ਤੇ ਤੁਹਾਨੂੰ ਲੱਗਦਾ ਵੀ ਇਹਦੇ 'ਚ ਤਾਂ ਕੋਈ ਆਸ ਹੀ ਹੈ ਨਹੀਂ। ਇੱਕੋ ਹੀ ਆਸ ਆ, ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਉੱਥੇ ਭਾਰਤ ਦੇ ਖਿੱਤੇ 'ਚ, ਕਿਉਂਕਿ ਮੈਨੂੰ ਬਾਹਲਾ ਦੁਨੀਆ ਦੇ ਲੈਵਲ ਤੇ ਮੈਂ ਕਹਾਂ ਮੈਨੂੰ ਬਹੁਤ ਸਮਝ ਆ, ਨਹੀਂ ਇੰਨੀ ਸਮਝ ਹੈ ਨਹੀਂ ਗੀ, ਪਰ ਉੱਥੋਂ ਦੇ ਖਿੱਤੇ ਤੇ ਜਿੱਥੇ ਆਪਣੇ ਜ਼ਿਆਦਾ ਇੰਟਰਸਟ ਲਾਈ ਕਰਦੇ, ਜਿੱਥੇ ਆਪਾਂ ਆਏ ਆ, ਜਿੱਥੇ ਆਪਣੇ ਜਾਣਦੇ ਹੋਏ ਬੰਦੇ ਵੱਸਦੇ ਨੇ ਅੱਜ ਵੀ, ਉੱਥੇ ਆਉਣ ਵਾਲੇ ਦਿਨ ਇੰਨੇ ਕੁ ਭਿਆਨਕ ਨੇ ਜਿਨ੍ਹਾਂ ਦੀ ਕਲਪਨਾ ਕਰਨੀ ਬਹੁਤ ਔਖੀ ਆ। ਸੋ ਇਹੀ ਕਹਿ ਕੇ ਬੰਦ ਕਰਦਾ, ਪਰ ਜਿਹੜੇ ਉਪਰਾਲੇ ਨੇ ਇਹ ਲੱਗਣਗੇ ਛੋਟੇ, ਕਿਉਂਕਿ ਦੀਵਾ ਤਾਂ ਹੁੰਦਾ ਹੀ ਛੋਟਾ, ਪਰ ਦੀਵਿਆਂ ਨੂੰ ਦੇਖ ਦੇਖ ਕੇ ਹੋਰ ਦੀਵੇ ਜਗਦੇ ਰਹਿੰਦੇ ਆ। ਇਹ ਆਪਾਂ ਨੂੰ ਯਕੀਨ ਰੱਖਣਾ ਚਾਹੀਦਾ। ਤੇ ਵੀਰ ਤੁਹਾਡਾ ਆਲ ਦਾ ਟਾਈਮ ਬਹੁਤ ਧੰਨਵਾਦ। ਮਿਹਰਬਾਨੀ ਭਾਈ ਜੀ। ਮੈਂ ਬੇਨਤੀ ਕਰੂੰਗਾ ਕਿ ਕੈਲੰਡਰ ਰਿਲੀਜ਼ ਕਰ ਲਈਏ, ਅਨਵੀਲ ਕਰ ਲਈਏ, ਉਸ ਤੋਂ ਬਾਅਦ ਕੁਝ ਇੱਕ ਬੁਲਾਰੇ ਹੋਰ। ਸੋ ਅਨਵੈਲਿੰਗ ਲਈ ਕੁਝ ਜਿਹੜੇ ਪਤਵੰਤਿਆਂ ਨੂੰ ਮੈਂ ਸੱਦੂਗਾ ਸਟੇਜ ਦੇ ਉੱਤੇ। ਸੋ ਸਭ ਤੋਂ ਪਹਿਲਾਂ ਬੇਨਤੀ ਹੈ ਜਰਨੈਲ ਸਿੰਘ ਜੀ ਖੁਦ ਆਉਣ, ਜਿਨ੍ਹਾਂ ਨੇ ਡੈਸਮਨ ਟੂਟੂ ਦਾ ਚਿੱਤਰ ਬਣਾਇਆ। ਇਮਤਿਆਜ਼ ਪੋਪਟ ਨੂੰ ਬੇਨਤੀ ਕਿ ਉਹ ਵੀ ਆਉਣ। ਐਨੀ ਓਹਾਨਾ ਨੂੰ ਬੇਨਤੀ ਕਿ ਉਹ ਵੀ ਹਾਜ਼ਰ ਹੋਵੇ। ਬਲਜਿੰਦਰ ਸਿੰਘ ਜੀ ਇੱਕ ਵਾਰੀ ਫਿਰ ਆ ਜਾਓ। ਨਹੀਂ ਬੇਨਤੀ ਆ, ਇਹ ਬੇਨਤੀ ਹੈ, ਉਹ ਵੀ ਆ ਰਹੀ, ਕੋਈ ਗੱਲ ਨਹੀਂ, ਤੁਸੀਂ ਆਓ। ਅਗਲੀ ਬੇਨਤੀ ਹੈ ਮਾਣਯੋਗ ਐਜੂਕੇਸ਼ਨ ਮਿਨਿਸਟਰ ਰਚਨਾ ਸਿੰਘ ਨੂੰ ਕਿ ਉਹ ਵੀ ਹਾਜ਼ਰ ਹੋਣ। ਔਰ ਰਚਨਾ ਸਿੰਘ ਨੂੰ ਮੈਂ ਇਸ ਕਰਕੇ ਨਹੀਂ ਸੱਦ ਰਿਹਾ ਕਿ ਉਹ ਸਾਡਾ ਕੋਈ ਖਾਸ ਰਿਸ਼ਤਾ, ਕਿਉਂਕਿ ਰੇਸਿਜ਼ਮ ਦੇ ਖਿਲਾਫ ਪਹਿਲ ਕਦਮੀਆਂ ਬਾਰੇ ਪਾਰਲੀਮੈਂਟਰੀ ਸੈਕਟਰੀ ਦੀ ਜ਼ਿੰਮੇਵਾਰੀ ਅਦਾ ਕਰ ਚੁੱਕੀ ਹੈ। ਹੁਣ ਉਹ ਫਾਈਲ ਦੇ ਕੋਲ ਨਹੀਂ ਹੈ, ਪਰ ਉਸ ਕੈਪੈਸਿਟੀ 'ਚ ਸੱਦਿਆ ਗਿਆ। ਸੋ ਬੇਨਤੀ ਹੈ ਕਿ ਤੁਸੀਂ ਸਾਰੇ ਹਾਜ਼ਰ ਹੋਵੋ, ਫਿਰ ਆਪਾਂ ਕੈਲੰਡਰ ਰਿਲੀਜ਼ ਕਰਦੇ ਹਾਂ। ਸੋ ਇਸ ਉਪਰਾਲੇ ਲਈ ਮੈਂ ਕੁਝ ਸ਼ਖਸੀਅਤਾਂ ਨੂੰ ਧੰਨਵਾਦ ਵੀ ਕਰਨਾ ਚਾਹੂੰਗਾ ਤੇ ਮੌਕਾ ਦਊਂਗਾ ਕਿ ਉਹ ਆਪਣੀ ਗੱਲ ਵੀ ਰੱਖਣ। ਇੱਕ ਤਾਂ ਕਮਲਜੀਤ ਭਾਜੀ, ਮੈਂ ਪੰਜਾਬ ਦੀ ਟੀਵੀ ਦੇ ਸੰਚਾਲਕ, ਹਮੇਸ਼ਾ ਇੱਥੇ ਇਹੋ ਜਿਹੇ ਪ੍ਰੋਗਰਾਮਾਂ 'ਚ ਆਉਂਦੇ ਵੀ ਨੇ ਤੇ ਉਹਨਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ ਕੈਲੰਡਰ ਵਾਸਤੇ ਪਿਛਲੇ ਕਈ ਸਾਲਾਂ ਤੋਂ। ਇੱਥੇ ਜਦੋਂ ਆਪਾਂ ਰੈਲੀਆਂ ਰੱਖਦੇ ਹਾਂ ਤਾਂ ਉੱਥੇ ਕਵਰੇਜ ਲਈ ਵੀ ਇਹੋ ਜਿਹੇ ਸੱਜਣ ਪਹੁੰਚਦੇ ਨੇ। ਗੋਦੀ ਮੀਡੀਆ ਇੱਥੇ ਵੀ ਹੈ, ਇਹ ਭੁਲੇਖਾ ਨਾ ਰੱਖਿਓ, ਇੱਥੇ ਵੀ ਬਹੁਤ ਨੇ ਗੋਦੀ ਮੀਡੀਆ ਵਾਲੇ, ਕਲਗੀਆਂ ਲਾ ਕੇ ਬੈਠੇ ਆ, ਤੁਹਾਨੂੰ ਵੀ ਪਤਾ ਉਹਨਾਂ ਬਾਰੇ, ਮੈਂ ਵੀ ਜਾਣਦਾ, ਪਰ ਮੈਂ ਆਪਣਾ ਸਮਾਂ ਉਹਨਾਂ 'ਤੇ ਗੱਲ ਲੈਣਾ ਨਹੀਂ ਚਾਹੁੰਦਾ। ਇਸੇ ਤਰੀਕੇ ਨਾਲ ਗੁਰਵਿੰਦਰ ਭਾਜੀ ਪਹੁੰਚੇ ਨੇ, ਚੈਨਲ ਪੰਜਾਬੀ ਨਾਲ ਜੁੜੇ ਹੋਏ ਨੇ। ਚੈਨਲ ਪੰਜਾਬੀ ਵੀ ਸਾਡਾ ਸਹਿਯੋਗੀ ਇਸ ਮਾਮਲੇ 'ਚ। ਪੀਪਲਸ ਵੌਇਸ ਵਾਲੇ ਕਿੰਬਲ ਕੈਰੀ ਨਹੀਂ ਆ ਸਕੇ, ਸੋ ਉਹਨਾਂ ਨੇ ਆਪਣੇ ਰਿਗਰੈਟਸ ਭੇਜ ਦਿੱਤੇ ਨੇ। ਹੁਣ ਬੇਨਤੀ ਕਰਦੇ ਹਾਂ ਕਿ ਦੋ ਲਫ਼ਜ਼ ਰਚਨਾ ਸਿੰਘ ਤੋਂ ਸੁਣਦੇ ਹਾਂ, ਉਸ ਤੋਂ ਬਾਅਦ ਗੁਰਵਿੰਦਰ ਸਿੰਘ ਧਾਲੀਵਾਲ ਤਿਆਰ ਰਹਿਣ। थैंक यू सो मच। मैं अंग्रेज़ी च बोलूँगी, मैंने पता है मेरी दोस्त एनी ते इम्तियाज़ पंजाबी ज़्यादा अच्छी तरह नहीं जान सकते। It's an honour to be here. I'm humbly joining you from the shared territories of Kwantlen, Ketsi, Semiemu and Swasan First Nations. And today's, I know a lot has been said before, it's a very, very important day. It's International Human Rights Day, and what a better day to give tribute to Desmond Tutu, person who fought against apartheid for, we can't even count on our fingers like how many number of years. And the struggles that they endured, and the results that came out after that, we have always congratulated the leaders like Desmond and Nelson Mandela. But the struggles continue, right? Like, although even when we achieve something, like when there are victories, definitely celebrate those victories. But the struggles that we are facing, and it has been aptly said, like the struggles that we are seeing around the world, the global bigotry, and we have a person from the coalition of the bigotry right here, but in the form of Islamophobia, in the form of like what we are seeing, what is happening against our indigenous brothers and sisters,
in this country as well, the country that we call that is the country of opportunities, the genocide that has happened against the indigenous people, the genocide that is happening against the indigenous women, even till this date. And it took like the governments, like I'm part of the establishment, I'm part of the government, like, but it is very, very important for people like us to also acknowledge that how many harms that we have done towards those communities, whether those are the indigenous, black, or the racialized communities. I was very honored that I was the Parliamentary Secretary for Anti-Racism Initiatives. We have started the work, but I am very, very cognizant of the work, that the governments have moral and ethical responsibility to tackle this problem. But this is an issue that we cannot do by ourselves. So that's why these gestures, like this might seem small, as Barjinder Singh ji has said, they might seem small, but they go a long way. We need strong allyship. We need strong partners. We might be small in number out here, but it is the dedication, it's the passion that we have for social justice that needs to be continued, and especially in these tough times. We know, like, the global circumstances, especially in the form of inflation. We just saw a really, we saw with pandemic, like when those sort of crisis comes, who is most marginalized in those crises? It's the people who are the most vulnerable and most marginalized. And even when the economic crisis is going to come, who would be the most vulnerable in that? So we have to be very, very cognizant of those facts. Really thankful for all the efforts that you all do in your everyday life. Please continue that. Thank you so much. ਥੈਂਕ ਯੂ ਰਚਨਾ ਜੀ। ਤੁਹਾਨੂੰ ਸਾਥੀਓ ਕਿ ਮੈਂ ਰਾਜ ਵਾਲੀ ਗੱਲ ਦੱਸਣ ਲੱਗਾ ਅੱਜ। ਰਚਨਾ ਨੂੰ ਜਿਹੜੀ ਗੁੜਤੀ ਮਿਲੀ ਹੈ ਨਾ, ਉਹਦੇ ਮਾਪਿਆਂ ਨੂੰ ਮਿਲੀ ਹੈ, ਦੋਨੇ ਅਧਿਆਪਕ ਤੇ ਅੱਜ ਐਜੂਕੇਸ਼ਨ ਮਿਨਿਸਟਰ ਆ। ਇੰਟਰਸਟਿੰਗ ਗੱਲ ਇਹ ਕਿ ਅੱਜ ਜਿੱਥੇ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਹੈ, ਉੱਥੇ ਉਹਦੇ ਪਿਤਾ ਜੀ ਡਾਕਟਰ ਸਾਹਿਬ ਦਾ ਜਨਮ ਦਿਨ ਵੀ ਆ। ਇਸੇ ਤਰੀਕੇ ਨਾਲ ਜਿਹੜੇ ਰਚਨਾ ਦੇ ਮਾਤਾ ਜੀ ਨੇ, ਰਚਨਾ ਦੇ ਜਿਹੜੇ ਮਾਤਾ ਜੀ ਨੇ, ਉਹਨਾਂ ਦਾ ਜਨਮ ਦਿਨ ਹੈ ਜੀ 8 ਮਾਰਚ, ਯਾਨੀ ਕਿ ਅੰਤਰਰਾਸ਼ਟਰੀ ਨਾਰੀ ਦਿਹਾੜਾ। ਸੋ ਇੱਕ ਦਾ ਜਨਮ ਹੋ ਗਿਆ ਹਿਊਮਨ ਰਾਈਟਸ ਡੇ ਤੇ, ਇੱਕ ਦਾ ਹੋ ਗਿਆ ਵੂਮਨਸ ਡੇ ਤੇ ਗੁੜਤੀ 'ਚ ਕੁਛ ਨਾ ਕੁਛ ਤਾਂ ਮਿਲਣਾ ਹੀ ਸੀਗਾ, ਉਹਦਾ ਹੀ ਨਤੀਜਾ। ਸੋ ਗੁਰਵਿੰਦਰ ਸਿੰਘ ਧਾਲੀਵਾਲ ਸਾਡੇ ਅਗਲੇ ਬੁਲਾ ਰਹੇ ਨੇ। ਉਸ ਤੋਂ ਬਾਅਦ ਮੈਂ ਬੇਨਤੀ ਕਰੂੰਗਾ ਡਾਕਟਰ ਰਘਬੀਰ ਸਿੰਘ ਜੀ ਤਿਆਰ ਰਹਿਣ। ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ। ਵੈਸੇ ਗੱਲ ਬੜੀ ਵਧੀਆ, ਜਿਸ ਤਰ੍ਹਾਂ ਹੁਣੇ ਜ਼ਿਕਰ ਕੀਤਾ ਗੁਰਪ੍ਰੀਤ ਸਿੰਘ ਹੋਰਾਂ ਨੇ ਕਿ ਡਾਕਟਰ ਰਘਬੀਰ ਸਿੰਘ ਜਨਮ ਮਨੁੱਖੀ ਅਧਿਕਾਰ ਦਿਹਾੜੇ ਤੇ ਮਾਤਾ ਜੀ ਯਾਨੀ ਕਿ ਇਹਨਾਂ ਦੇ ਸੁਪਤਨੀ, ਉਹਨਾਂ ਦਾ ਜਨਮ ਇੰਟਰਨੈਸ਼ਨਲ ਵੂਮਨ ਡੇ ਤੇ ਫਿਰ ਜਿਹੜਾ ਨਤੀਜਾ ਹੋਣਾ ਰਚਨਾ ਸਿੰਘ ਹੀ ਹੋਣਾ। ਸੋ ਜਿਹੜਾ ਨਤੀਜਾ ਅੱਜ ਸਾਡੇ ਲਈ ਬੜਾ ਵੱਡਾ ਤੇ ਮਾਣ ਵਾਲੀ ਗੱਲ ਹੈ। ਇਹ ਵੀ ਇਹ ਗੱਲ ਕਿ ਕਿਸੇ ਸ਼ਾਇਰ ਨੇ ਬੜਾ ਕਮਾਲ ਦਾ ਕਿਹਾ, ਮੈਂ ਕਿ ਵੀ ਰਚਨਾ ਹੋਰੀ ਇਹਨਾਂ ਨੂੰ ਦੇਖ ਕੇ ਇਹ ਗੱਲ ਮਹਿਸੂਸ ਵੀ ਕਰਦਾ ਕਿ ਪਿੱਛੇ ਜੇ ਸਮਾਂ ਆਇਆ, ਅੱਜ ਇਹ ਕੈਲੰਡਰ ਜਿਹੜਾ ਜਾਰੀ ਕਰ ਰਹੇ ਆ, ਕੋਈ ਸ਼ੱਕ ਨਹੀਂ ਕਿ ਇਸਟੈਬਲਿਸ਼ਮੈਂਟ ਵਾਲੀ ਗੱਲ ਇਹਨਾਂ ਨੇ ਆਪ ਹੀ ਕਹਿਤੀ, ਅਸੀਂ ਵੀ ਸਥਾਪਤੀ ਦੀ ਆਲੋਚਨਾ ਕਰਦੇ ਹਾਂ ਤੇ ਕਰਨੀ ਵੀ ਬਣਦੀ ਹੈ। ਇੱਕ ਸਮਾਂ ਐਸਾ ਆਇਆ ਕਿ ਜਦੋਂ ਕੈਨੇਡਾ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਖਿਲਾਫ ਜਿਹੜੀ ਚੱਲ ਰਹੀ ਕੋਈ ਵੀ ਗੱਲਬਾਤ ਹੋਵੇ, ਉੱਥੇ ਆਵਾਜ਼ ਉਠਾਉਣੀ ਜਾਇਜ਼ ਮੰਨੀ ਗਈ, ਮਿਡਲ ਈਸਟ ਦੇ ਵਿੱਚ ਜਾਇਜ਼ ਮੰਨੀ ਗਈ। ਪਰ ਜਦੋਂ ਇਹੀ ਇੰਡੀਆ ਦੇ ਵਿੱਚ ਹੋਇਆ ਤਾਂ ਇੱਥੋਂ ਦੇ ਕੁਝ ਇੱਕ ਸਥਾਪਤੀ ਦੇ ਵੱਖਰੇ ਕਿਸਮ ਦੇ ਲੋਕਾਂ ਨੇ ਇਹ ਵੀ ਕਿਹਾ ਕਿ ਅਸੀਂ ਰਚਨਾ ਸਿੰਘ ਦਾ ਸਿੱਧਾ ਵਿਰੋਧ ਕਰਦੇ ਹਾਂ, ਤੇ ਵਿਰੋਧ ਵਾਲਾ ਕੰਮ ਵੀ ਚੱਲਿਆ। ਤੇ ਉਸ ਵੇਲੇ ਅਸੀਂ ਇਹ ਮਹਿਸੂਸ ਕਰ ਰਹੇ ਸੀ ਕਿ ਕਿਸ ਹੱਦ ਤੱਕ ਲੋਕ ਜਾ ਸਕਦੇ ਆ ਕਿ ਜਦੋਂ ਤੁਸੀਂ ਮਨੁੱਖੀ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਹੋ ਤਾਂ ਫਿਰ ਇਹ ਵੀ ਨਹੀਂ ਦੇਖਿਆ ਜਾਂਦਾ ਕਿ ਤੁਸੀਂ ਕਿਸ ਪਾਰਟੀ ਦੇ ਵਿੱਚੋਂ ਕਿੱਥੇ ਬੈਠੇ ਹੋ, ਸਿਰਫ ਇਹ ਦੇਖਿਆ ਜਾਂਦਾ ਕਿ ਸਾਡੇ ਨਿਸ਼ਾਨੇ ਤੇ ਹੈ, ਕਿਉਂਕਿ ਅਸੀਂ ਸਹਿਮਤੀ ਨਹੀਂ ਉਸ ਗੱਲ ਤੇ ਆਪਣੀ ਜਿਹੜੀ ਹੈ ਕੰਪਰੋਮਾਈਜ਼ ਨਹੀਂ ਕਰ ਸਕਦੇ। ਤੇ ਉਹ ਬੜਾ ਕਮਾਲ ਦਾ ਸ਼ਾਇਰ ਨੇ ਲਿਖਿਆ ਕਿ ਹਮਨੇ ਬਣਾ ਲਿਆ ਹੈ ਨया फिर से आशियाँ, हमने बना लिया है नया फिर से आशियाँ, जाओ ये बात फिर से किसी तूफान से कहो। सो ਜਿਹੜਾ ਮਨੁੱਖੀ ਅਧਿਕਾਰਾਂ ਦੇ ਦਿਨ ਤੇ ਅੱਜ ਇਹ ਪ੍ਰੋਗਰਾਮ ਹੈ, ਉੱਥੇ ਵੱਡੀ ਗੱਲ ਸਵੇਰੇ ਜਦੋਂ ਤਿਆਰੀ ਸੀ ਤੇ ਗੁਰਪ੍ਰੀਤ ਸਿੰਘ ਨੇ ਕਹਿੰਦੇ ਰਸਤੇ 'ਚ ਕਹਿੰਦੇ 5 ਜਣੇ ਆ ਸੀ ਤੇ ਹੌਲੀ ਹੌਲੀ ਵੱਧ ਕੇ ਅੱਜ ਜਿੰਨੇ ਬਹੁਤ ਵਧੀਆ ਲੱਗਦਾ ਹੈ। ਪਰ ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਬੰਦਾ ਵੀ ਬਹੁਤ ਹੁੰਦਾ, ਜੇ ਮਜਾਲ ਹੈ, ਜੇ ਜੁਰਤ ਹੈ, ਜੇ ਕੁਝ ਕਰਨਾ ਹੈ ਤਾਂ ਜਿਹੜੇ ਮਹਾਨ ਵਿਅਕਤੀ ਹੈ ਉਹਨਾਂ ਦੀ ਭੀੜ ਨਹੀਂ ਹੁੰਦੀ ਤੇ ਭੀੜ ਦੇ ਵਿੱਚ ਕਦੇ ਮਹਾਨ ਵਿਅਕਤੀ ਨਹੀਂ ਹੁੰਦੇ।
ਸਮੱਸਿਆ ਕੀ ਹੈ? ਸਮੱਸਿਆ ਇਹ ਹੈ ਕਿ ਹੌਲੀ ਹੌਲੀ ਸਮਝੌਤਾਵਾਦੀ ਸੋਚ ਹੋ ਜਾਂਦੀ ਹੈ ਸਾਡੀ। ਪਹਿਲੇ 2-4 ਵਾਰ ਜਦੋਂ ਕੋਈ ਵਾਪਰਦਾ ਹੈ ਅਸੀਂ ਉਸ ਵੇਲੇ ਆਵਾਜ਼ ਉਠਾਉਣੇ ਆ। ਹੌਲੀ ਹੌਲੀ ਬੰਦਾ ਕਹਿੰਦਾ ਚੱਲ ਕੋਈ ਕੁਛ ਹੋਊ, ਚੱਲ ਮੈਨੂੰ ਕੀ ਹੈ, ਮੈਂ ਕਾਹਨੂੰ ਨਿਸ਼ਾਨੇ ਤੇ ਆਉਣਾ। ਲੇਖਕ ਵਰਗ ਵੀ ਉਹਨਾਂ ਚੋਂ ਇੱਕ ਹੈ, ਪੱਤਰਕਾਰ ਵੀ ਉਹਨਾਂ 'ਚ ਨੇ, ਤੇ ਪੋਲੀਟੀਸ਼ੀਅਨ ਦੇ ਵਿੱਚ ਬਹੁਤ ਵੱਡੀ ਤਾਦਾਦ ਹੈ। ਜਦੋਂ ਅਸੀਂ 1984 ਦੀ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਗੱਲ ਪਹਿਲਾਂ ਕੀਤੀ ਹੈ, ਜਦੋਂ 1984 ਦੀ ਸਿੱਖ ਜੈਨੋਸਾਈਡ ਦੀ ਗੱਲ ਚੱਲਦੀ ਹੈ ਤਾਂ ਉਸ ਵੇਲੇ ਬੜੀ ਤਕਲੀਫ ਹੁੰਦੀ ਹੈ। ਇੱਥੋਂ ਹਾਲਾਂਕਿ ਸਥਾਪਤੀ ਦੀ ਪਾਰਟੀ ਹੈ, ਮੈਨੂੰ ਯਾਦ ਹੈ ਕਿ ਗੁਰਪ੍ਰੀਤ ਹੁਰਾਂ ਨੇ ਕਿਹਾ ਕਿ ਇਹ ਜਿਹੜਾ 84 ਦੇ ਵਿੱਚ ਨਵੰਬਰ ਦਾ ਪਹਿਲਾ ਹਫ਼ਤਾ, ਕਿਉਂ ਨਾ ਉਹਨੂੰ ਜੈਨੋਸਾਈਡ ਵੀਕ, ਜਿਹੜਾ ਸਿੱਖ ਕੌਮ ਦੇ ਨਾਲ ਇਹ ਦਰਦ ਹੋਇਆ ਉਸ ਦੇ ਵਾਸਤੇ ਮਾਨਤਾ ਹੋਵੇ। ਪਰ ਅਫਸੋਸ ਨਾਲ ਕਹਿਣਾ ਪੈਂਦਾ ਕਿ ਉਸ ਨੂੰ ਰੱਦ ਕੀਤਾ ਗਿਆ, ਸਵੀਕਾਰ ਨਹੀਂ ਕੀਤਾ ਗਿਆ। ਤੇ ਨੈਸ਼ਨਲ ਲੈਵਲ ਤੇ ਇਹ ਹੋਇਆ ਕਿ ਦੀਵਾਲੀ ਅਕਤੂਬਰ 'ਚ ਆਉਂਦੀ ਹੈ ਤੇ ਇੱਕ ਬੜੀ ਵਧੀਆ ਗੱਲ ਹੈ ਕਿ ਸਾਡੇ ਵਿਚਕਾਰ ਨਹੀਂ ਇੱਕ MP ਉਹਨਾਂ ਨੇ ਫੈਡਰਲ ਪੱਧਰ ਤੇ ਅਕਤੂਬਰ ਦਾ ਮਹੀਨਾ ਜਿਹੜਾ ਹਿੰਦੂ ਮੰਥ ਘੋਸ਼ਿਤ ਕਰਾਇਆ, ਬੜੀ ਚੰਗੀ ਗੱਲ ਹੈ। ਪਰ ਅੜ ਕੇ ਨਵੰਬਰ ਦਾ ਮਹੀਨਾ ਦੁਬਾਰਾ ਉੱਥੋਂ ਦੇ ਆਟਵਾ ਦੇ ਇੱਕ MP ਨੇ ਜਿਹੜਾ ਹਿੰਦੂ ਮੰਥ ਘੋਸ਼ਿਤ ਕਰਾਇਆ, ਕਿਉਂਕਿ ਇਹ ਗੱਲ ਕਹਿਣੀ ਹੈ ਕਿ ਇਹ ਤੁਹਾਡੀਆਂ ਜਿਹੜੀਆਂ ਆਪਣੀਆਂ ਦਰਦ ਦੀਆਂ ਕਹਾਣੀਆਂ ਇਹ ਅਸੀਂ ਬਿਆਨ ਨਹੀਂ ਕਰਨ ਦੇਣੀਆਂ ਤੇ ਡਾਢਾ ਮਾਰੇ ਵੀ ਰੋਣ ਵੀ ਨਾ ਦੇਵੇ। ਆ ਜਿਹੜੀਆਂ ਲਗਾਤਾਰ ਚੱਲ ਰਹੀਆਂ ਗਤੀਵਿਧੀਆਂ ਨੇ, ਇਹਨਾਂ ਦੇ ਪੈਰਲਲ ਉਸਾਰੂ ਕੰਮ ਵੀ ਚੱਲਦਾ, ਕਿਉਂਕਿ ਜਿਵੇਂ ਸਾਰੇ ਵਲੰਟੀਅਰ ਆ, ਚਾਹੇ ਸਿੱਖ ਨੇਸ਼ਨ ਦੇ, ਬਲੱਡ ਡੋਨੇਸ਼ਨ ਦੇ ਜਾਂ ਹੋਰ ਕੰਮਾਂ ਦੇ, ਉਹਨਾਂ ਦੇ ਵਿੱਚ ਸਾਰਿਆਂ ਦਾ ਇੱਕ ਮਿਸ਼ਨ ਹੁੰਦਾ ਕਿ ਅਸੀਂ ਆਵਾਜ਼ ਉਠਾਉਣੀ ਹੈ। ਲੇਖਕ ਵਰਗ ਦੇ ਵਿੱਚੋਂ ਵੀ, ਪੱਤਰਕਾਰਾਂ ਦੇ ਵਿੱਚੋਂ ਵੀ ਚੋਣੀਂਦਾ ਵਿਅਕਤੀ ਨੇ, ਕਿਉਂਕਿ ਉਹੀ ਗੱਲ ਹੈ ਕਿ ਜਦੋਂ ਪੱਤਰਕਾਰ ਵੀ ਮਿਲ ਕੇ ਉਹ ਸੈਲੀਬ੍ਰੇਸ਼ਨ ਹੀ ਕਰ ਲੈਣ ਬਜਾਏ ਇਸ ਦੇ ਕੋਈ ਗੰਭੀਰ ਚਿੰਤਨ ਦੇ, ਜੀ ਆ ਜੀ ਜਸ਼ਨ 15 ਅਗਸਤ ਨੂੰ ਕੇਕ ਕੱਟ ਲਓ ਜੀ, ਇਹ ਕ੍ਰਿਸਮਸ ਦਾ ਕੇਕ ਕੱਟ ਲਓ ਜੀ। ਸਾਡੇ ਪੱਤਰਕਾਰਾਂ ਨੂੰ ਵੀ ਅੱਜ ਕੱਲ੍ਹ ਬੜਾ ਫਤੂਰ ਚੜਿਆ ਹੋਇਆ ਇਸ ਕੰਮ ਦਾ, ਕੇਕ ਕੱਟਣ ਦਾ। ਜਿਹੜਾ ਕੰਮ ਕਰਨਾ ਹੈ ਉਹ ਕੰਮ ਨਹੀਂ ਉਹਨਾਂ ਨੂੰ ਚੇਤੇ ਹੈਗਾ। ਤੇ ਅੱਜ ਪਰ ਉਹਨਾਂ ਦੇ ਵਿੱਚੋਂ ਜੇ ਅੱਜ ਇਹ ਰੈਡੀਕਲ ਦੇਸੀ ਦੇ ਮੰਚ ਤੇ ਆਵਾਜ਼ ਉੱਠੀ ਹੈ, ਇਹ ਇੱਕ ਕੈਲੰਡਰ ਜਾਰੀ ਹੋਇਆ ਇੱਕ ਮਨੁੱਖੀ ਅਧਿਕਾਰਾਂ ਦੇ ਐਕਟਿਵਿਸਟ ਦੇ ਨਾਂ ਤੇ ਹਿਊਮਨ ਰਾਈਟਸ ਡੇ ਤੇ ਹੋਇਆ, ਇਹ ਪ੍ਰਾਪਤੀ ਹੈ ਸਾਡੀ। ਲੇਖਕ ਵਰਗ ਦੇ ਵਾਸਤੇ ਇਹ ਹੈ ਕਿ 84 ਦੀ ਮੈਂ ਗੱਲ ਕੀਤੀ ਸੀ, ਉਹੀ ਲੇਖਕ ਜਿਹੜੇ ਕਦੇ ਕਹਿੰਦੇ ਸੀ ਜੀ ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ, ਉਹੀ ਲੇਖਕ ਹੈ ਜਦੋਂ 84 ਦੇ ਵਿੱਚ ਅੱਖਾਂ ਦੇ ਸਾਹਮਣੇ ਜਿਹੜੇ ਹਜ਼ਾਰਾਂ ਔਰਤਾਂ ਦਾ ਕਤਲ ਹੋ ਰਿਹਾ, ਬੱਚੀਆਂ ਕਤਲ ਹੋ ਰਹੀਆਂ ਨੇ, ਗੈਂਗ ਰੇਪ ਹੋ ਰਹੇ ਨੇ, ਮੂੰਹ 'ਚ ਘੁੰਗਣੀਆਂ ਪਾ ਲਈਆਂ। ਪਰ ਸਾਡੇ ਬਹੁਤੇ ਲੇਖਕ ਮੂੰਹ ਤੇ ਗੱਲ ਵੀ ਨਹੀਂ ਲਿਆਉਂਦੇ। ਅੰਮ੍ਰਿਤਾ ਪ੍ਰੀਤਮ ਦੀ ਮੈਂ ਗੱਲ ਕਰ ਰਿਹਾ, ਕਿਉਂ ਨਹੀਂ? ਕਿਉਂਕਿ ਅਸੀਂ ਸਮਝੌਤਾਵਾਦੀ ਹਾਂ। ਸਾਨੂੰ ਇਸ ਗੱਲ ਨੂੰ ਦੇਖਣਾ ਪੈਣਾ ਕਿ ਕਿਹੜਾ ਕਦੋਂ ਬੋਲ ਰਿਹਾ ਹੈ। ਅੱਜ ਸਟੇਟ ਦੇ ਖਿਲਾਫ ਬੋਲਣ ਨੂੰ ਬਹੁਤ ਵੱਡਾ ਗੁਨਾਹ ਮੰਨਿਆ ਜਾਂਦਾ। ਭਾਰਤ ਦੇ ਵਿੱਚ ਤਾਂ ਇਹ ਹੈ ਕਿ ਤੁਸੀਂ ਸਟੇਟ ਦੀ, ਜੇ ਮੋਦੀ ਦੀ ਆਲੋਚਨਾ ਕੀਤੀ ਹੈ ਤਾਂ ਤੁਸੀਂ ਭਾਰਤ ਦੇ ਦੇਸ਼ ਵਿਰੋਧੀ ਹੋ। ਤੁਹਾਨੂੰ ਡਿਫਾਈਨ ਹੀ ਕਰ ਦਿੱਤਾ ਜਾਂਦਾ ਕਿ ਫਲਾਂ ਜੀ ਇਹ ਪ੍ਰੋਟੈਸਟ ਕਰ ਰਿਹਾ ਜਾਂ ਇਹ ਵਿਰੋਧ ਕਰ ਰਿਹਾ ਤੇ ਸਟੇਟ ਵਿਰੋਧੀ ਹੈ। ਤੇ ਸਟੇਟ ਜੇ ਕਰਤੂਤ ਹੀ ਇਹੋ ਜਿਹੀ ਕਰਦੀ ਹੈ ਤਾਂ ਸਾਡੇ ਗੁਰੂ ਸਾਹਿਬ ਨੇ ਤਾਂ ਸਾਨੂੰ ਇਹ ਕਿਹਾ, ਰਾਜੇਸ਼ੀ ਮੁਕੱਦਮ ਕੁੱਤੇ। ਅਸੀਂ ਕਿਉਂ ਨਾ ਕਵਾਂਗੇ, ਪਾਪ ਕੀ ਜੰਜ ਲੈ ਕਾਬਲ ਉਤਾਇਆ ਜੋਰੀ ਮੰਗੇ ਦਾਨਵੇ ਲਾ ਲਓ। ਅਸੀਂ ਤਾਂ ਇਹ ਗੱਲ ਆਪਣੇ ਵਿਰਸੇ 'ਚ ਲਈ ਹੈ, ਸੋ ਸਾਨੂੰ ਇਸ ਗੱਲ ਦਾ ਸਮਝੌਤਾ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਇੱਕੋ ਹੀ ਗੱਲ ਹੈ ਕਿ ਅਸੀਂ ਆਪਣੀ ਆਵਾਜ਼ ਨੂੰ ਇਸੇ ਤਰ੍ਹਾਂ ਬੁਲੰਦ ਕਰਦੇ ਰਹੀਏ। पीड़ हो गई पहाड़ सी अब पिघलनी चाहिए, इस हिमालय से कोई गंगा निकलनी चाहिए। सिर्फ हंगामा खड़ा करना मेरा मकसद नहीं, मेरी कोशिश है कि सूरत बदलनी चाहिए। मेरे सीने में नहीं तो तेरे सीने में सही, हो कहीं भी आग मगर आग जलनी चाहिए, हो कहीं भी आग मगर आग जलनी चाहिए। डॉक्टर दुष्यंत कुमार त्यागी दे इन्हां लफ्ज़ां दे नाल ਅੱਜ ਇਸ ਪ੍ਰੋਗਰਾਮ ਦੇ ਇੱਕ ਵਾਰੀ ਫੇਰ ਸ਼ੁਭਕਾਮਨਾਵਾਂ ਜੀ। ਧੰਨਵਾਦ। ਮਿਹਰਬਾਨੀ ਗੁਰਿੰਦਰ ਸਿੰਘ, ਧੰਨਵਾਦ ਤੁਹਾਡਾ। ਇਸ ਗੱਲ ਦਾ ਸਦਾ ਅਫਸੋਸ ਰਹੇਗਾ ਜੋ ਗੁਰਿੰਦਰ ਸਿੰਘ ਜੀ ਉਹਨਾਂ ਨੇ ਕਿਹਾ ਕਿ ਜਿਹੜੇ ਸਾਡੇ ਸਿਆਸਤਦਾਨ ਨੇ ਅੱਜ ਕੱਲ੍ਹ ਤੁਸੀਂ ਨੋਟ ਕੀਤਾ ਬੜੀ ਗਲਵਕੜੀਆਂ ਪਾ ਰਹੇ ਨੇ ਇੰਡੀਆ ਨੂੰ। ਕੈਨੇਡਾ 'ਚ ਬਹੁਤ ਖੂਬ ਕੇ ਗੱਲਾਂ ਹੋ ਰਹੀਆਂ, ਚੀਨ ਦੇ ਖਿਲਾਫ ਬੜੇ ਤਿੱਖੇ ਬਿਆਨ, ਈਰਾਨ ਨੂੰ ਅੱਖਾਂ ਵਿਖਾਈਆਂ ਜਾ ਰਹੀਆਂ, ਰੂਸ ਨੂੰ ਘੁਰਕੀ ਦਿੱਤੀ ਜਾ ਰਹੀ ਹੈ। ਪਰ ਜਦੋਂ ਮੋਦੀ ਦੀ ਵਾਰੀ ਆਉਂਦੀ ਹੈ ਮੂੰਹ ਸੀਤੇ ਜਾਂਦੇ ਵਿੱਚ ਦੇਸੀ ਸਿਆਸਤਦਾਨਾਂ ਨੇ। ਬੜੀ ਸ਼ਰਮ ਦੀ ਗੱਲ ਕਿ ਲਿਬਰਲ ਪਾਰਟੀ ਦੇ MP ਵਧਾਈਆਂ ਦੇ ਰਹੇ ਨੇ ਜੀ ਕਿ ਨਵੰਬਰ ਦਾ ਮਹੀਨਾ ਅਸੀਂ ਮਾਣ ਨਾਲ ਕਹਿੰਦੇ ਜੀ ਕਿ ਹਿੰਦੂ ਵਿਰਾਸਤੀ ਮਹੀਨਾ ਅਸੀਂ ਘੋਸ਼ਿਤ ਕਰਾਇਆ। ਸਿੱਖ MP ਜਿਹੜੇ ਕੱਲ੍ਹ ਤੱਕ ਮੋਮਬੱਤੀਆਂ ਚੁੱਕੀ ਫਿਰਦੇ ਸੀਗੇ, ਇਹ ਹਾਲਤ ਹੋਈ ਅੱਜ। ਉਹ ਲੌਬੀ ਤਕੜੀ ਹੋ ਰਹੀ ਹੈ ਤੇ ਉਹਦਾ ਮੂੰਹ ਪੜਨਾ ਜ਼ਰੂਰੀ ਹੈ। ਸ਼ਰਮ ਦੀ ਗੱਲ ਇਹ ਕਿ ਜਿਹੜੇ ਗਦਰੀਆਂ ਨੇ ਗੁਰਦੁਆਰੇ ਖੜੇ ਕੀਤੇ, ਜਿਨ੍ਹਾਂ ਗੁਰਦੁਆਰਿਆਂ 'ਚੋਂ
ਕਿੰਗ ਜਾਰਜ ਪੰਜਮ ਦਾ ਬਾਈਕਾਟ ਹੋਇਆ, ਜਿੱਥੇ ਬਰਤਾਨਵੀ ਹਕੂਮਤ ਨਾਲ ਨਾਤਾ ਤੋੜ ਕੇ ਵਰਦੀਆਂ ਫੂਕੀਆਂ ਗਈਆਂ, ਅੱਜ ਉੱਥੇ ਮੋਦੀ ਦੇ ਬੂਟ ਚੱਟ ਜਿਹੜੇ ਨੇ ਕਾਬਜ਼ ਨੇ। ਮੈਂ ਸਿੱਧਾ ਕਹਿਣਾ, ਭਾਵੇਂ ਕਿਸੇ ਨੂੰ ਗੱਲ ਚੰਗੀ ਲੱਗੇ ਚਾਹੇ ਮਾੜੀ ਲੱਗੇ। ਡਾਕਟਰ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ, ਜਿਨ੍ਹਾਂ ਦੇ ਮੇਰੇ ਤੇ ਬੜੇ ਉਪਕਾਰ ਨੇ, ਕਿ 2 ਲਫ਼ਜ਼ ਜ਼ਰੂਰ ਕਹਿਣ। ਉਸ ਤੋਂ ਪਿੱਛੋਂ ਹਰਸ਼ਰਨ ਸਿੰਘ ਪੂਨੀਆ ਨੂੰ ਬੇਨਤੀ ਕਿ ਉਹ ਵੀ 2 ਸ਼ਬਦ ਕਹਿਣ। मैं यही किया कि मेरी हाज़री सिर्फ कबूल करो। मैनू सच्ची गल है भी कुछ सुनदा घट वध ही है, बहुत गल समझ नहीं पैंदी, इस करके मैं ज़्यादती कर रहा हूँ भी तुहाडी गल चंगी तरह ना सुना तो अपनियां सुनाई जावां। तो मैनू इस गल की बहुत खुशी है कि मेरा अजीज़ गुरप्रीत कोई चंगे काम करता रहिंदा। उन्हें चंगे कामां चों एक काम है भी जिहड़ा हर साल ये कैलेंडर तैयार करदा, जिस कैलेंडर की विशेषता ही ये है कि वो उन्हां शख्सियतां नूं याद करदा जिहड़ियां शख्सियतां ने जिंदगी विच लोक भलाई दे वख-वख खेतरां च काम कीते ने। तो इस साल जिहड़ा कैलेंडर है बहुत एक वड्डे आगू का जिहड़ा अफ्रीका च ना सिर्फ अफ्रीका जाना जाता, सारी दुनिया च अपने काम लई कि नस्लवाद के विरुद्ध जिस तरह की उसने लड़ाई लड़ी है। तो ये जिहड़े मसले ने वो जिहड़ा ये नायक है टूटू एक धर्मी बंदा, और धर्मी बंदा जिहड़ा नस्लवाद के वितकरे दे चाहे होर इस तरह की गल्लां लई जूझदा। मैं समझदा ये अज दे समय 'च बहुत महत्व वाली गल है। जो मेरी समझ है धर्म बारे मजहब बारे वो है भी होर कुछ ना होवे, वख-वख गल्लां हो सकदियां ने वख-वख धर्मां दियां। जिहड़ी सांझी गल है, जिहड़ी चंगी गल है वो है कि मनुख दी एक ऐसा चरित्र जिहदे विच निर्माणता है, स्वच्छता है, भलाई दी लोक भलाई दी भावना है, वो सारा कुछ एक मजहब सिखाउंदा कोई भी होवे। तो अज सगों उल्ट गल वेखण नूं मिलदी आ, वक्री तरह दे जिहड़ी निर्माणता होनी चाहिए आ, स्वच्छता होनी चाहिए आ। जिहड़े साडे सो कार्ड वड्डे धर्मी पुरख ने वो सगों इस मामले च ज़्यादा उल्ट पासे चलते हैं। तो उन्हां विच हंकार की भावना, हौं की भावना, अपने आप में सच्चा सुच्चा समझण की भावना, दूजिਆਂ ਨੂੰ सानू हेज समझ की भावना, सगों ये गल्लां वापरदियां ने। उन्हां वेलिਆਂ 'ਚ इस तरह के नायक नूं उभारना चंगी गल है, भी सानू सिक्ख्या मिलती है। तो मैनू ये खुशी है कि गुरप्रीत इस तरह के काम करदा जिहदे चंगे काम करन वाले लोकां नूं, लोक भलाई दे काम करन वाले लोकां नूं चेते करदा। मैं एको सुजैशन देनी आ कि जिहड़े दे कैलेंडर हुंदे ने भी ਉਹ 'ਚ ਜਿਹੜੀਆਂ ਈਵੈਂਟਸ ਨੇ, ਈਵੈਂਟਸ ਤਾਂ हर रोज़ ही हैगियां ने। जे तुसीं हर रोज़ ਈਵੈਂਟਸ ਇੰਨੀਆਂ ਵੱਡੀਆਂ ਗਿਣਤੀ 'ਚ ਕਰੋਗੇ ਤਾਂ ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਰਹਿੰਦਾ, ਉਹਨਾਂ ਦਾ ਕੋਈ ਮਹੱਤਵ ਨਹੀਂ ਉਹਨਾਂ ਰਹਿੰਦਾ। ਇਸ ਕਰਕੇ ਉਨੀਆਂ ਕੀ ਈਵੈਂਟਸ ਹੋਣ ਕੈਲੰਡਰ ਵਿੱਚ ਅਸੀਂ ਡਾਇਰੀ ਵਾਂਗੂ ਸਾਰਾ ਕੁਛ ਤਾਂ ਦੇ ਨਹੀਂ ਸਕਦੇ। ਜਿੰਨੀਆਂ ਜ਼ਿਆਦਾ ਮਹੱਤਵਪੂਰਨ ਈਵੈਂਟਸ ਨੇ ਉਹਨਾਂ ਦਾ ਵੇਰਵਾ ਦਿੱਤਾ ਜਾਣਾ ਚਾਹੀਦਾ ਤੇ ਕੈਲੰਡਰ 'ਚ ਚੰਗੀ ਤਰ੍ਹਾਂ ਉੱਭਰਨਾ ਚਾਹੀਦਾ ਜਿਹੜਾ ਵੀ ਨਾਇਕ ਹੈ ਜਾਂ ਇਸ ਕੈਲੰਡਰ 'ਚ ਮੁਕਾਬਲਤਨ ਚੰਗਾ। ਤੇ ਨਹੀਂ ਤਾਂ ਬਹੁਤ ਹਾਲਤਾਂ 'ਚ ਵੱਡੀ ਇਬਾਰਤ ਨਾਲ ਭਰਿਆ ਰਹਿੰਦਾ ਕੈਲੰਡਰ, ਉਹ ਜ਼ਿਆਦਾ ਠੀਕ ਨਹੀਂ ਹੈ। ਸਗੋਂ ਉਹਦੇ 'ਚ ਜਿਹੜੀ ਸ਼ਖਸੀਅਤ ਨੂੰ ਉਭਾਰਨਾ ਜਿਹੜਾ ਉਹ ਚੀਜ਼ ਵੀ ਸਾਹਮਣੇ ਆਉਣੀ ਚਾਹੀਦੀ ਹੈ। ਮੈਂ ਹੋਰ ਕੀ ਕਹਾਂ, ਬਸ ਠੀਕ ਹੈ। ਮੈਂ ਜਿਵੇਂ ਕਿਹਾ ਮੇਰੀ ਹਾਜ਼ਰੀ ਕਬੂਲ ਕਰੋ ਤੇ ਮੇਰੀਆਂ ਸ਼ੁਭ ਸ਼ਾਮਾਂ ਨਾਲ ਨੇ ਗੁਰਪ੍ਰੀਤ ਦੇ। ਕਬੂਲ ਹੈ। ਡਾਕਟਰ ਸਾਹਿਬ ਦਾ ਕਿਹਾ ਸਿਰ ਮੱਥੇ। ਹੁਣ ਬੇਨਤੀ ਕਿ ਹਰਸ਼ਰਨ ਪੂਨੀਆ ਜੀ ਤਿਆਰ ਰਹਿਣ, ਦੋ ਸ਼ਬਦ ਕਹਿਣ। ਉਸ ਤੋਂ ਬਾਅਦ ਅੰਮ੍ਰਿਤ ਦੀਵਾਨਾ ਜੀ ਨੂੰ ਬੇਨਤੀ ਕਰੂੰਗਾ ਕਿ ਮੇਵਾ ਸਿੰਘ ਨੂੰ ਸਮਰਪਿਤ ਕਵਿਤਾ ਜਿਹੜੀ ਇਹਨਾਂ ਦੀ ਬੜੀ ਜ਼ਬਰਦਸਤ, ਜਿਹੜੀਆਂ ਗੱਲਾਂ ਆਪਾਂ ਹੁਣੇ ਵਿਚਾਰੀਆਂ
ਉਹਨਾਂ ਨੂੰ ਕਵਿਤਾ ਦੇ ਰੂਪ 'ਚ ਬੜਾ ਵਧੀਆ ਉਹਨਾਂ ਨੇ ਪੇਸ਼ ਕੀਤਾ ਸੀ। ਉਹਨਾਂ ਤੋਂ ਸੁਣਦੇ ਹਾਂ, ਪਰ ਪਹਿਲਾਂ ਹਰਸ਼ਰਨ ਸਿੰਘ ਪੂਨੀਆ ਜਿਹੜੇ ਕਿ ਬਰਜਿੰਦਰਾ ਕਾਲਜ ਦੇ ਪ੍ਰਿੰਸੀਪਲ ਰਹੇ ਨੇ, ਉਸ ਤੋਂ ਬਾਅਦ ਅੰਮ੍ਰਿਤ ਦੀਵਾਨਾ ਜੀ ਤਿਆਰ ਰਹਿਣ। ਧੰਨਵਾਦ ਗੁਰਪ੍ਰੀਤ। ਅੱਜ ਦਾ ਇਹ ਬਹੁਤ ਹੀ ਥੋੜ੍ਹੀ ਸੰਖਿਆ ਦੇ ਵਿੱਚ ਇੱਥੇ ਇੰਟਲੈਕਚੁਅਲ ਦਾ ਇਕੱਠੇ ਹੋਣਾ ਅਤੇ ਇੰਟਰਨੈਸ਼ਨਲ ਜਿਹੜੀ ਲੈਵਲ ਦੀ ਫਿਰਕਾ ਪ੍ਰਸਤੀਆ ਪੀਰਥੀਡ ਹੈ ਜਾਂ ਜਿਹੜਾ ਡਿਸਕ੍ਰਿਮੀਨੇਸ਼ਨ ਹੈਗਾ ਅੰਡਰ ਪ੍ਰਿਵਿਲੇਜ ਜਾਂ ਜਿਹੜੀਆਂ ਮਾਰਜਨਲਾਈਜ਼ ਕਮਿਊਨਿਟੀਜ਼ ਹੋਣਗੀਆਂ ਉਹਨਾਂ ਨੂੰ ਇਸ ਪਲੇਟਫਾਰਮ ਤੋਂ ਹਾਈਲਾਈਟ ਕਰਨਾ ਇਹ ਬਹੁਤ ਵੱਡੀ ਗੱਲ ਹੈਗੀ ਆ, ਕਿਉਂਕਿ ਦੁਨੀਆ ਦੇ ਵਿੱਚ ਜਿਹੜਾ ਵਰਤਾਰਾ ਹੈ ਉਹ ਬਹੁਤ ਹੀ ਘਿਨਾਉਣਾ ਹੈ ਕਹਿ ਸਕਦੇ ਹੈਗੇ ਆ। ਜਿਹੜਾ ਕਿ ਆਪਣੀ ਅੱਜ ਦੀ ਕਾਰਪੋਰੇਟ ਟਾਈਪ ਜਿਹੜੀ ਆਰਗੇਨਾਈਜੇਸ਼ਨਸ ਆ ਰਹੀਆਂ ਨੇ ਉਹਨਾਂ ਦੇ ਹਿੱਤ ਨੂੰ ਪੂਰਾ ਕਰਨ ਵਾਸਤੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਗੌਰਮੈਂਟ ਜਿਹੜੀਆਂ ਹੋਣਗੀਆਂ ਪਾਵਰ ਦੇ ਵਿੱਚ ਆਉਂਦੀਆਂ ਹੋਣਗੀਆਂ, ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਅੰਡਰ ਪ੍ਰਿਵਿਲੇਜ ਲੋਕ ਨੇ ਉਹਨਾਂ ਦੇ ਹੱਕ ਜਿਹੜੇ ਹੈਗੇ ਮਾਰੇ ਜਾਂਦੇ ਹੋਣਗੇ। ਸੋ ਇਸ ਮੰਚ 'ਤੇ ਜਿਹੜਾ ਹੈ ਕੈਲੰਡਰ ਰਿਲੀਜ਼ ਨਹੀਂ ਹੋ ਰਿਹਾ, ਇੱਕ ਤਰ੍ਹਾਂ ਦੇ ਨਾਲ ਇੱਕ ਵਿਚਾਰ ਜਿਹੜਾ ਹੈਗਾ, ਇੱਕ ਥਾਟ ਜਿਹੜਾ ਹੈ ਉਸ ਨੂੰ ਅਸੀਂ ਜਿਹੜਾ ਹੈਗਾ ਦੁਨੀਆ ਦੇ ਕੋਲ ਲੈ ਕੇ ਜਾ ਰਹੇ ਹਾਂਗੇ ਆ ਵੀ ਕਿਸ ਤਰ੍ਹਾਂ ਦੇ ਨਾਲ ਜਿਹੜੀ ਐਕਸਪਲੋਇਟੇਸ਼ਨ ਹੈਗੀ ਆ ਅਤੇ ਖ਼ਾਸ ਤੌਰ 'ਤੇ ਹਿਊਮਨ ਲੈਵਲ ਦੇ ਉੱਤੇ ਅਤੇ ਨਾਲ ਦੇ ਨਾਲ ਜਿਹੜੇ ਨੈਸ਼ਨਲ ਰਿਸੋਰਸਿਸ ਨੇ ਵਰਲਡ ਦੇ ਉਹਨਾਂ ਨੂੰ ਜਿਹੜੇ ਕੁਝ ਸਿਲੈਕਟਡ ਜਿਹੜੇ ਫਿਊ ਕਾਰਪੋਰੇਸ਼ਨਾਂ ਜਿਹੜੀਆਂ ਹੋਣਗੀਆਂ ਉਹ ਆਪਣੇ ਪਰਸਨਲ ਬੈਨੀਫਿਟ ਵਾਸਤੇ ਵਰਤੋਂ ਵਿੱਚ ਲਿਆ ਰਹੀਆਂ ਹੋਣਗੀਆਂ। ਇਹ ਬਹੁਤ ਹੀ ਜਿਹੜਾ ਕੰਡੈਮੇਬਲ ਜਿਹੜਾ ਹੈਗਾ ਪਾਰਟ ਹੈਗਾ ਅਤੇ ਇਸ ਵਿਸ਼ੇ ਨੂੰ ਬਹੁਤ ਹਾਈ ਲੈਵਲ ਦੇ ਉੱਤੇ ਵੱਡੀ ਪੱਧਰ ਦੇ ਉੱਤੇ ਹਾਈਲਾਈਟ ਕਰਨ ਦੀ ਲੋੜ ਹੈਗੀ ਆ। ਉਸ ਦੇ ਵਿੱਚ ਇਹ ਅਦਾਰਾ ਜਿਹੜਾ ਰੈਡੀਕਲ ਦੇਸੀ ਦਾ ਅਤੇ ਵੈਨਕੂਵਰ ਵਿਚਾਰ ਮੰਚ ਜਿਹੜਾ ਹੈਗਾ ਦੋਨੋਂ ਮਿਲ ਕੇ ਇਹ ਜਿਹੜੀ ਐਫਰਟਸ ਜਾਰੀ ਰੱਖ ਰਹੇ ਹੋਣਗੇ। ਇਹ ਸ਼ਲਾਘਾਯੋਗ ਹੈ ਅਤੇ ਇਸ ਨੂੰ ਅੱਗੇ ਹੋਰ ਵੀ ਲਿਜਾਣ ਵਾਸਤੇ ਇਹ ਜਿਹੜਾ ਮੰਚ ਹੈ ਆਪਣੇ ਜਿਹੜੇ ਕਿ ਲੋੜੀਂਦੇ ਜਿਹੜੇ ਉਪਰਾਲੇ ਕਰਦਾ ਰਹੂਗਾ। ਅਤੇ ਮੈਂ ਅੰਤ ਵਿੱਚ ਇਸ ਪ੍ਰਬੰਧ ਨੂੰ ਕਰਨ ਵਾਲੇ ਅਤੇ ਵਿਚਾਰ ਮੰਚ ਅਤੇ ਰੈਡੀਕਲ ਦੇਸੀ ਦਾ ਧੰਨਵਾਦ ਕਰਦਾ ਕਿ ਸਾਨੂੰ ਇਸ ਸ਼ਾਮਿਲ ਹੋਣ ਦਾ ਮੌਕਾ ਦਿੱਤਾ। ਧੰਨਵਾਦ। ਸੋ ਅੰਮ੍ਰਿਤ ਦੀਵਾਨਾ ਜੀ ਨੂੰ ਬੇਨਤੀ ਕਿ ਆਪਣੀ ਕਵਿਤਾ ਲੈ ਕੇ ਉਹ ਹਾਜ਼ਰ ਹੋਣਗੇ। ਉਸ ਤੋਂ ਪਿੱਛੋਂ ਸਾਹਿਬ ਸਿੰਘ ਥਿੰਦ ਇੱਥੇ ਪਹੁੰਚੇ ਨੇ, ਅਸੀਂ ਉਹਨਾਂ ਨੂੰ ਵੀ ਬੇਨਤੀ ਕਰਾਂਗੇ ਉਹਨਾਂ ਦੇ ਦੋ ਲਫ਼ਜ਼ ਸੁਣੀਏ। ਸਾਹਿਬ ਸਿੰਘ ਥਿੰਦ ਇਹਨਾਂ ਤੋਂ ਬਾਅਦ ਤਿਆਰ ਰਹਿਣ। ਸਾਰੇ ਸਾਥੀਓ, ਅੱਜ ਮਨੁੱਖੀ ਅਧਿਕਾਰਾਂ ਦੇ ਜੋ ਹਾਮੀ ਸਨ, ਜਿਨ੍ਹਾਂ ਨੇ ਸਾਰੀ ਆਪਣੀ ਹਯਾਤੀ ਲਾ ਦਿੱਤੀ ਮਨੁੱਖੀ ਅਧਿਕਾਰਾਂ ਲਈ, ਉਹਨਾਂ ਨੂੰ ਯਾਦ ਕਰਦਿਆਂ ਮੈਂ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦਿਆਂ ਜਿਹੜੇ ਅੱਜ ਤੋਂ 5 ਸਾਲ ਪਹਿਲਾਂ ਬੰਗਲੌਰ ਵਿੱਚ ਇੱਕ ਨਿਡਰ ਸ਼ੇਰਨੀ ਪੱਤਰਕਾਰ ਗੋਰੀ ਲੰਕੇਸ਼ ਦਾ ਦਿਨ ਦਿਹਾੜੇ ਸਰਕਾਰੀ ਸ਼ਹਿ 'ਤੇ 2 ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਸੀ, ਜਿਨ੍ਹਾਂ ਦਾ ਅੱਜ ਤੱਕ ਨਹੀਂ ਪਤਾ ਲੱਗਾ। ਔਰ ਤਰਾਸਦੀ ਇਹ ਆ ਕਿ ਸੈਂਕੜੇ ਹਿੰਦੀ ਪੰਜਾਬੀ 'ਚ ਹਜ਼ਾਰਾਂ ਦੀ ਗਿਣਤੀ 'ਚ ਔਰਤਾਂ ਕਵਿਤਾ ਲਿਖਣ ਵਾਲੀਆਂ ਰੇਡੀਓ ਹੋਸਟ ਨੇ। ਅੱਜ ਤੱਕ ਕਿਸੇ ਵੀ ਹਿੰਦੁਸਤਾਨ ਦੀ ਔਰਤ ਨੇ ਉਸ ਸ਼ੇਰਨੀ ਪੱਤਰਕਾਰ ਦੀ 'ਤੇ ਕਵਿਤਾ ਨਹੀਂ ਲਿਖੀ, ਨਾ ਹੀ ਕੋਈ ਰੇਡੀਓ ਤੇ ਟਾਕ ਸ਼ੋ ਕੀਤਾ। ਹਾਂ, ਮਰਦ ਜਿਹਦਾ ਹੈ ਧਾਲੀਵਾਲ ਸਾਹਿਬ ਨੇ ਆਪਣੇ ਤੇ ਕਰਦੇ ਰਹਿੰਦੇ ਨੇ, ਪਰ ਜਿੱਥੇ ਕਹਿੰਦੇ ਕਿ ਔਰਤਾਂ ਨੂੰ ਦਬਾਇਆ ਜਾ ਰਿਹਾ ਕਿ ਔਰਤਾਂ ਦਾ ਵੀ ਫਰਜ਼ ਬਣਦਾ ਨਾ ਆਪਣੀ ਜਿਹੜੀ ਸਾਥਣ ਔਰਤ ਸੀ ਉਹਦੇ 'ਤੇ ਲਿਖਣਾ। ਇੱਕ ਛੋਟੀ ਨਜ਼ਮ ਹੈ, 3 ਜਨਵਰੀ ਨੂੰ ਉਹਦਾ ਜਨਮ ਦਿਨ ਹੈ। ਅਤੇ ਤਰਾਸਦੀ ਇਹ ਦੇਖੋ ਕਿ ਜਦੋਂ ਉਸ ਔਰਤ ਦਾ ਕਤਲ ਹੋਇਆ ਕਿ ਜਿਹੜੇ ਘਟੀਆ ਤਾਕਤਾਂ ਸੀਗੀਆਂ, ਕਾਲੀਆਂ ਤਾਕਤਾਂ, ਉਹਨਾਂ ਨੇ ਜਸ਼ਨ ਮਨਾਏ, ਉਹਨਾਂ ਨੇ ਹੁੱਲੜਬਾਜ਼ੀ ਕੀਤੀ, ਅਸ਼ਤਬਾਜ਼ੀ ਹੋਈ। ਅਤੇ ਉਸੇ ਸੰਦਰਭ 'ਚ ਨਜ਼ਮ ਹੈ ਕਿ ਇੱਕ ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ ਹੈ, ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ। ਇਹ ਗਲੈਲੀਓ ਖਾਨਦਾਨ ਦੀ ਪੁੱਤਰੀ ਹੈ। ਦੋਸ਼ ਇਸ ਦਾ ਸਿਰਫ ਸਵੇ ਅਵਿਅਕਤੀ ਹੈ, ਮੰਨਦੀ ਹੀ ਨਹੀਂ ਕਿ ਸੂਰਜ ਘੁੰਮਦਾ ਹੈ, ਧਰਤੀ ਸ਼ੇਸ਼ਨਾਗ ਦੇ ਫਨ 'ਤੇ ਖੜੀ ਹੈ। ਨਾ ਹੀ ਰੱਬੀ ਦੇਣ ਵਰਨ ਵਿਵਸਥਾ ਨੂੰ ਮੰਨੇ, ਨਿੱਕੀ ਜਿਹੀ ਕਾਨੀ ਲੈ ਕੇ
ਨਿੱਕੀ ਜੇ ਕਾਨੀ ਲੈ ਕੇ ਪ੍ਰਾਤਨ ਵਿਸ਼ਵਾਸਾਂ ਨੂੰ ਭੰਨੇ, ਅਸਹਿਮਤੀ ਦੀਏ ਬਣੇ ਹਮੈਤਣ, ਸ਼ਾਸਤਰਾਂ ਦੇ ਪਾੜੇ ਪੰਨੇ, ਅੰਧਕਾਰ ਦਾ ਜੰਗਲ ਫਿਰ ਵੀ ਚਿੰਤਤ ਹੈ, ਫਿਰ ਕੋਈ ਨਵੀਂ ਰੋਸ਼ਨੀ ਚਮਕ ਪੈਂਦੀ ਹੈ। ਕਿ ਸਾਡੇ ਖੌਫ 'ਚ ਕੋਈ ਕਮੀ ਹੈ, ਕਿ ਸਾਡੇ ਖੌਫ 'ਚ ਕੋਈ ਕਮੀ ਹੈ। ਭੀੜ ਖੁਸ਼ੀ ਦੇ ਜਸ਼ਨਾਂ 'ਚ ਡੁੱਬੀ ਨੱਚ ਰਹੀ ਹੈ, ਅੰਧਕਾਰ ਦੇ ਫੈਲੇ ਜੰਗਲ ਨੇ ਇੱਕ ਰੋਸ਼ਨੀ ਨਿਗਲ ਲਈ ਹੈ, ਇੱਕ ਰੋਸ਼ਨੀ ਨਿਗਲ ਰਹੀ ਹੈ। ਸ਼ੁਕਰੀਆ ਜੀ। ਜਿੱਦਾਂ ਗੁਰਪ੍ਰੀਤ ਹੁਣੀ ਗੱਲ ਕੀਤੀ ਸੀ ਵੀ ਉਸ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਗਦਰੀ ਬਾਬਿਆਂ ਦੀ ਸੋਚ ਨੂੰ ਅਪਣਾਇਆ ਗਿਆ, ਜਿੱਥੇ ਜਦੋਂ ਕਾਮਾਗਾਟਾ ਮਾਰੂ ਜਹਾਜ਼ ਨੂੰ ਰੋਕਿਆ ਗਿਆ ਤਾਂ ਉਹਨਾਂ ਹੀ ਉੱਥੋਂ ਹੀ ਸੂਰਮਿਆਂ ਨੇ ਉੱਠ ਕੇ ਇਹ ਕੇਸ ਲੜੇ, ਲੰਗਰ ਪਹੁੰਚਾਇਆ, ਰਸਤ ਪਹੁੰਚਾਉਂਦੇ ਰਹੇ। ਤੇ ਅੱਜ ਹਾਲਾਤ ਇਹ ਆ ਕਿ ਉਸਦੇ ਹਜ਼ਾਰਾਂ ਹੀ ਕਾਤਲ ਲੋਕ, ਮਾਸੂਮਾਂ ਦੇ ਕਾਤਲ ਨੂੰ ਉੱਥੇ ਸੱਦਿਆ ਗਿਆ, ਸਨਮਾਨ ਕੀਤਾ ਗਿਆ। ਜਿਹੜੀ ਉਹਦੇ ਜ਼ੁਲਮਾਂ ਦੇ ਖਿਲਾਫ ਲਿਖਣ ਵਾਲੀ ਔਰਤ ਸੀ ਰਾਣਾ ਅਯੂਬ, ਉਹਨੂੰ ਬਾਹਰ ਕੱਢ ਦਿੱਤਾ ਗਿਆ, ਉਹਨੂੰ ਅੰਦਰ ਨਹੀਂ ਵੜ ਦਿੱਤਾ ਗਿਆ। ਇਹ ਅੱਜ ਦੇ ਸਦੀ ਦੀ ਸਭ ਤੋਂ ਵੱਡੀ ਘਿਨੌਣੀ ਜਿਹੜੀ ਇਹ ਮਤਲਬ ਕਿ ਦੁਖਾਂਤ ਹੈ ਇਹ, ਕਿ ਇਸ ਤਰ੍ਹਾਂ ਹੋਇਆ ਕਿ ਉਸ ਦੇ ਹਿਸਾਬ ਨਾਲ ਜਦੋਂ ਉਹ ਸ਼ਾਸਕ ਇੱਥੇ ਆਇਆ ਤਾਂ ਮੈਂ ਇੱਕ ਨਜ਼ਮ ਲਿਖੀ ਸੀਗੀ ਕਿ ਹੈ ਹਿੰਦੁਸਤਾਨੀ ਸ਼ਾਸਕ ਤੂੰ ਇੱਥੇ ਨਾ ਆਵੀਂ, ਤੇਰੇ ਪੋਟਿਆਂ 'ਚੋਂ ਮਾਸੂਮਾਂ ਦਾ ਲਹੂ ਚੋਂਦਾ ਹੈ ਤੇ ਸਾਡੀਆਂ ਸੜਕਾਂ ਬਹੁਤ ਹੀ ਸਾਫ਼ ਹਨ, ਇਹ ਸੜਕਾਂ ਗੰਦੀਆਂ ਹੋ ਜਾਣਗੀਆਂ। ਇਹ ਹੁਕਮਰਾਨ ਤੂੰ ਇੱਥੇ ਨਾ ਆਵੀਂ, ਤੂੰ ਇੱਥੇ ਤੇਰੇ ਭਾਸ਼ਣਾਂ ਸਾਡੀਆਂ ਜਿਹੜੀਆਂ ਹਵਾਵਾਂ ਬਹੁਤ ਹੀ ਸ਼ਫਾਫ ਤੇ ਸਾਫ਼ ਹਨ, ਤੇਰੇ ਭਾਸ਼ਣਾਂ ਦੇ ਵਿਚਲੇ ਝੂਠ ਨਾਲ ਇਹ ਪ੍ਰਦੂਸ਼ਿਤ ਹੋ ਜਾਣਗੀਆਂ। ਇਹ ਹਾਕਮ, ਇਹ ਵੋਟਾਂ ਦੀ ਰਾਜਨੀਤੀ ਕਰਨ ਵਾਲੇ ਇਹ ਹਾਕਮ ਤੂੰ ਇੱਥੇ ਨਾ ਆਵੀਂ, ਤੂੰ ਸਾਡੇ ਆਸਥਾ ਦੇ ਕੇਂਦਰ ਗੁਰੂ ਘਰ ਵਿੱਚ ਨਾ ਆਵੀਂ, ਕਿਉਂਕਿ ਇੱਥੇ ਸ਼ਹੀਦ ਭਾਈ ਮੇਵਾ ਸਿੰਘ ਦੀ ਰੂਹ ਸਿਜਦੇ ਵਿੱਚ ਬੈਠੀ ਹੈ ਤੇ ਤੇਰੀ ਛਾਤੀ 'ਚ ਹੌਪਨਿਕਸ ਦਾ ਦਿਲ ਧੜਕਦਾ ਹੈ। ਤੂੰ ਇੱਥੇ ਨਾ ਆਵੀਂ, ਇੱਥੇ ਸਾਡੇ ਗੁਰੂ ਘਰ ਦੀ ਮਰਿਆਦਾ ਦੂਸ਼ਿਤ ਹੋ ਜਾਵੇਗੀ, ਤੂੰ ਇੱਥੇ ਨਾ ਆਵੀਂ, ਇੱਥੇ ਨਾ ਆਵੀਂ। ਸ਼ੁਕਰੀਆ। ਬਹੁਤ ਅੱਛਾ ਜੀ। ਸੋ ਪਿੱਛੇ ਜਦੋਂ ਗੁਰਦੁਆਰੇ ਦੀ ਇਲੈਕਸ਼ਨਾਂ ਹੋਈਆਂ, ਹੁਬ ਕੇ ਕਿਹਾ ਗਿਆ ਜੀ ਗਦਰੀ ਬਾਬਿਆਂ ਦੀ ਸੋਚ ਤੇ ਪਹਿਰਾ ਦਿੱਤਾ ਜਾਊਗਾ। ਕੋਈ ਪੁੱਛਣ ਵਾਲੇ ਹੁਣ ਤੱਕ ਕੀ ਕਰ ਰਹੇ ਸੀ ਤੁਸੀਂ? ਹੁਣ ਤੱਕ ਕਾਂਗਰਸ ਦੀ ਸੋਚ ਦਾ ਪਹਿਰਾ ਦੇ ਰਹੇ ਸੀ, ਬੀਜੇਪੀ ਦੀ ਸੋਚ ਤੇ ਪਹਿਰਾ ਦੇ ਰਹੇ ਸੀ। ਮੋਦੀ ਦੇ ਬੂਟ ਚੱਟ ਨੇ ਜਿਹੜੇ ਉੱਥੇ ਕਾਬਜ਼ ਨੇ। ਜਦੋਂ ਮੋਦੀ ਆਇਆ ਤਾਂ ਮੈਂ ਕਿਸੇ ਨੂੰ ਪੁੱਛਿਆ ਵੀ ਉਹਨਾਂ ਦੇ ਪ੍ਰਬੰਧਕਾਂ 'ਚੋਂ ਕਿ ਜਦੋਂ ਆਇਆ ਕੋਈ ਤੁਹਾਡੇ 'ਚੋਂ ਐਸਾ ਵੀ ਸੀ ਜਿਹਨੇ ਵਿਰੋਧ ਕੀਤਾ? ਕਹਿੰਦੇ ਨਹੀਂ ਜੀ, ਵਿਰੋਧ ਕਰਨ ਵਾਲਾ ਕੋਈ ਨਹੀਂ ਸੀਗਾ, ਇੱਥੇ ਤਾਂ ਕੰਪੀਟੀਸ਼ਨ ਲੱਗਾ ਸੀ ਕਿਹੜਾ ਮੂਹਰੇ ਹੋ ਕੇ ਮੋਦੀ ਦੀਆਂ ਜੁੱਤੀਆਂ ਲਸ਼ਕਾਊਗਾ। ਇਹ ਹਾਲਾਤ ਸੀ। ਖੈਰ ਹੁਣ ਸਾਡੇ ਅਗਲੇ ਸਾਥੀ ਜਿਹੜੇ ਸਾਹਿਬ ਸਿੰਘ ਜੀ ਥਿੰਦ, ਮੋਹਨ ਸਿੰਘ ਮੋਰਲ ਫਾਊਂਡੇਸ਼ਨ ਵਾਲੇ ਜਿਨ੍ਹਾਂ ਨੇ ਕਾਮਾਗਾਟਾ ਮਾਰੂ ਦੇ ਤੁਖਾਨ ਦੀ ਮਾਫੀ ਮੰਗਵਾਈ ਸਰਕਾਰ ਤੋਂ, ਉਹ ਵੀ ਇਸ ਬਾਰੇ ਚੰਗਾ ਚਾਨਣਾ ਪਾ ਸਕਦੇ ਨੇ। ਔਰ ਅਖੀਰ ਵਿੱਚ ਕਮਲਜੀਤ ਸਿੰਘ ਥਿੰਦ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ 2 ਸ਼ਬਦ ਉਹ ਵੀ ਕਹਿਣ। ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ। ਮੈਂ ਗੁਰਪ੍ਰੀਤ ਤੇ ਇਹਨਾਂ ਦੀ ਸੰਸਥਾ ਨੂੰ ਵਧਾਈ ਦਿੰਦਾ ਕਿ ਹਰ ਸਾਲ ਇਹ ਕਦੇ ਗਦਰੀਆਂ ਬਾਰੇ ਜਾਂ ਕਰੰਟ ਮੂਵਮੈਂਟ, ਕਿਸਾਨ ਮੂਵਮੈਂਟ ਤੇ ਜਾਂ ਅੱਜ ਇੱਕ ਅੰਤਰਰਾਸ਼ਟਰੀ ਜਿਹੜੀ ਸ਼ਖਸੀਅਤ ਆ ਜਿਨ੍ਹਾਂ ਨੇ ਨਸਲਵਾਦੀ ਸਰਕਾਰ ਦੇ ਖਿਲਾਫ ਨੈਲਸਨ ਮੰਡੇਲਾ ਨਾਲ ਲੜਾਈ ਲੜੀ ਔਰ ਜਿੱਤੀ ਵੀ, ਔਰ ਬਹੁਤ ਚੰਗੀ ਗੱਲ ਆ, ਅਸੀਂ ਸ਼ਲਾਘਾ ਕਰਦੇ ਹਾਂ, ਵਧੀਆ ਕੰਮ ਆ, ਇਸੇ ਤਰ੍ਹਾਂ ਹੀ ਕਰਦੇ ਰਹੋ, ਅਸੀਂ ਨਾਲ ਆ ਤੁਹਾਡੇ। ਬਾਕੀ ਰਹੀ ਗੱਲ ਜਿਨ੍ਹਾਂ ਗੁਰਦੁਆਰਿਆਂ 'ਚੋਂ ਆਜ਼ਾਦੀ ਦੀ ਮੂਵਮੈਂਟ ਦੀ ਲੜਾਈ ਲੜੀ, ਅਸੀਂ ਉਮੀਦ ਕਰਦੇ ਸੀ, ਮੈਂ 83 'ਚ ਆਇਆ ਕਿ ਇਹਨਾਂ ਗੁਰਦੁਆਰਿਆਂ 'ਚੋਂ ਕੋਈ ਚੰਗਾ ਕੰਮ ਵੀ ਸ਼ਾਇਦ ਹੁੰਦਾ ਹੋਊਗਾ, ਪਰ ਜਿਹੜੀ ਲੜਾਈ 20 ਸਾਲ ਤੁਸੀਂ ਮਾਫੀ ਦੀ ਲੜੀ ਆ, ਉਹਦੇ ਵਿੱਚ ਇੰਨਾ ਘਿਨਾਉਣਾ ਰੋਲ ਸੀ ਇਹਨਾਂ ਲੋਕਾਂ ਦਾ। 4 ਵਾਰ ਸਟੈਂਡ ਬਦਲਿਆ, 4 ਵਾਰ ਓਫੀਸ਼ੀਅਲੀ ਟੀਵੀ ਤੇ ਮਤੇ ਪਾ ਕੇ, ਚੰਦ ਦਮਣਿਆਂ ਖਾਤਰ। ਸਾਡੇ ਕੋਲ ਵੀ ਆਏ ਸੀ ਪੈਸੇ ਲੈ ਕੇ। ਬਾਕੀ ਵੀ ਗੁਰਦੁਆਰੇ ਇਹਨਾਂ ਨੇ ਦਾਗੀ ਕਰਤੇ। 90 ਸਟੇਟ ਇੱਕ ਸੁਣਦੇ ਸੀ, 90 ਸਿੱਖ ਸੰਸਥਾਵਾਂ ਦੇ ਸਾਈਨ ਕਰਕੇ ਉਹਨਾਂ ਨੂੰ ਦਿੱਤੇ ਵੀ ਲੋੜ ਨਹੀਂ ਮਾਫੀ ਦੀ।
ਸਾਨੂੰ ਉਮੀਦ ਸੀ ਕਿ ਇਹ ਭਾਈ ਮੇਵਾ ਸਿੰਘ ਹੁਣਾਂ ਦੀ ਵਿਚਾਰਧਾਰਾ ਤੇ ਭਾਈ ਭਾਗ ਸਿੰਘ ਹੁਣਾਂ ਦੀ ਵਿਚਾਰਧਾਰਾ ਤੇ ਪਹਿਰਾ ਦਿੱਤਾ ਜਾਊਗਾ, ਪਰ ਬਦਕਿਸਮਤੀ ਨਾਲ ਬੇਲਾ ਸਿੰਘ ਦਾ ਰਾਹ ਚੁਣਿਆ ਗਿਆ। ਔਰ ਜਿਹੜੇ ਲੋਕਾਂ ਨੇ ਪਿੱਛੇ ਜੇ ਕਿਤਾਬ ਵੀ ਇੱਕ ਰਿਲੀਜ਼ ਹੋਈ ਭਾਈ ਸੇਵਾ ਸਿੰਘ ਹੁਣਾਂ ਨੇ ਕੀਤੀ ਸੀ, ਉਹਦੇ 'ਚ ਕਾਫੀ ਕਾਲਾ ਚਿੱਠਾ ਉਹਨਾਂ ਦਾ, ਕਿਸ ਤਰ੍ਹਾਂ ਉਹ ਗੁਰਦੁਆਰਾ ਵੇਚਿਆ ਗਿਆ, ਕਿਸ ਤਰ੍ਹਾਂ, ਪਰ ਅਜੇ ਵੀ ਨਹੀਂ ਸੁਧਰ ਰਿਹਾ ਕੰਮ। ਗੱਲ ਗਦਰੀਆਂ ਦੀ ਕਰ ਰਿਹਾ ਇਲੈਕਸ਼ਨਾਂ 'ਚ, ਪਰ ਜਿਹੜਾ ਵਾਰ ਰਾਹ ਹੋਰ ਅਖਤਿਆਰ ਕੀਤਾ ਗਿਆ। ਬਾਕੀ ਇੱਥੋਂ ਦੇ ਸਿਆਸਤਦਾਨਾਂ ਬਾਰੇ ਕੀਤਾ, ਲੋਕਾਂ ਨੂੰ ਪਾੜ ਰਿਹਾ, ਕਦੇ ਕਿਸੇ ਨਾਂ 'ਤੇ ਕਦੇ ਕਿਸੇ ਨਾਂ 'ਤੇ। ਸਥਾਨਕ ਐਮਪੀਆਂ ਦੀ ਗੱਲ ਆ, ਕਦੇ ਕੋਈ ਕਿਸੇ ਧਰਮ ਦੇ ਨਾਂ 'ਤੇ ਮੰਨਤਾ, ਕਦੇ ਕਿਸੇ ਧਰਮ ਦੇ ਨਾਂ 'ਤੇ ਮੰਨਤਾ। ਲੋਕਾਂ ਨੂੰ ਇਕੱਠੇ ਕਰਨਾ ਚਾਹੀਦਾ, ਪਾੜਨਾ ਨਹੀਂ ਚਾਹੀਦਾ। ਔਰ ਉਸੇ 3 ਸਾਲ ਪਹਿਲਾਂ ਮੈਂ ਇਹਨਾਂ ਨੂੰ ਲਿਖਿਆ ਕਿ ਜਲਿਆਂਵਾਲੇ ਬਾਗ ਨੂੰ 100 ਸਾਲ ਹੋ ਗਏ ਆ, ਪਾਰਲੀਮੈਂਟ 'ਚ ਬੋਲੋ, ਇਹਨਾਂ ਨੂੰ ਚਿੱਠੀ ਲਿਖੀ, ਪਰ ਇੱਕ ਲਫ਼ਜ਼ ਨਹੀਂ ਬੋਲਿਆ ਗਿਆ। ਅਪ੍ਰੈਲ ਦਾ ਹੀ ਮਹੀਨਾ ਸੀ। ਸਾਡੇ ਰੰਗ ਦੇ ਜਦੋਂ ਐਮਪੀ ਮੰਤਰੀ ਬਣਦੇ ਆ, ਸਾਡੀ ਭੈਣ ਵੀ ਬੈਠੀ ਆ, ਸਾਨੂੰ ਬਹੁਤ ਚਾਅ ਹੁੰਦਾ ਕਿ ਵਧੀਆ ਸਾਡੇ ਲੋਕ ਮੂਹਰੇ ਆਉਣ, ਸਾਡੇ ਨੌਜਵਾਨ। ਪਰ ਜੇ ਸਾਡੇ ਨਾਲ ਖੜਦੇ ਹੀ ਨਹੀਂ, ਫਿਰ ਸਾਡੇ ਰੰਗ ਤੋਂ ਵੋਟਾਂ ਲੈਣ ਆਉਂਦੇ ਆ, ਪਰ ਲੋਕਾਂ ਨਾਲ ਖੜਨਾ ਨਹੀਂ। ਕੋਈ ਵੀ ਲੜਾਈ ਲੜੋ, ਭਾਈ ਮੇਵਾ ਸਿੰਘ ਆ, ਉਹਨਾਂ ਬਾਰੇ ਲੜਾਈ ਲੋਕ ਲੜ ਰਿਹਾ ਲੈ ਹੈ, ਕਿਤੇ ਪਾਰਲੀਮੈਂਟ 'ਚ ਬੋਲ ਦੇਣ, ਪਟੀਸ਼ਨਾਂ ਸਾਈਨ ਪਈਆਂ ਮੀਆਂ, ਲੈ ਕੇ ਨਹੀਂ ਜਾਂਦੇ। BC ਅਸੈਂਬਲੀ 'ਚ ਮੈਨੂੰ ਪਤਾ ਲੱਗਾ ਭੈਣ ਜੀ ਹੁਣੀ ਬੋਲਿਆ, ਬਹੁਤ ਮਿਹਰਬਾਨੀ। ਔਰ ਕਿਉਂਕਿ ਜਦੋਂ ਕਾਮਾਗਾਟਾ ਮਾਰੂ ਦੀ ਮਾਫੀ ਸੀ, ਉਦੋਂ ਵੀ ਸਾਨੂੰ ਕਹਿੰਦੇ ਬੇਵਕੂਫ ਆਏ ਹੋਏ, ਕੰਮ ਨਹੀਂ ਹੋਣ ਵਾਲਾ। ਇੱਦਾਂ ਹੀ ਉਹ ਲੋਕ ਕਹਿੰਦੇ ਭਾਈ ਮੇਵਾ ਸਿੰਘ ਦਾ ਵੀ ਨਹੀਂ ਹੋਣਾ। ਇੱਕ ਦਿਨ ਉਹ ਜ਼ਰੂਰ ਆਊਗਾ ਜਦੋਂ ਸਿੰਘ ਸਾਹਿਬ ਭਾਈ ਮੇਵਾ ਸਿੰਘ ਨੂੰ ਪਾਰਲੀਮੈਂਟ ਵਿੱਚ ਉਹਨਾਂ ਦਾ ਜਿਹੜਾ ਕ੍ਰਿਮੀਨਲ ਰਿਕਾਰਡ ਆ ਦੁਰਸਤ ਹੋਊਗਾ। ਪਰ ਸਾਡੇ ਜਿਹੜੇ ਮੈਂਬਰ ਪਾਰਲੀਮੈਂਟ ਆ, ਉਹਨਾਂ ਨੂੰ ਅਕਲ ਤੋਂ ਕੰਮ ਲੈਣਾ ਚਾਹੀਦਾ। ਔਰ ਮੈਂ ਸਮਝਦਾ ਵੀ ਕਈ ਵਾਰੀ ਅਸੀਂ ਕਹਿੰਦੇ ਆ ਵੀ ਸਾਡੇ ਰੰਗ ਦੇ, ਸਾਡੇ ਭਾਈਚਾਰੇ ਲੋਕ, ਸਾਨੂੰ ਮਾਣ ਵਾਲੀ ਗੱਲ ਆ, ਪਰ ਕਈ ਵਾਰੀ ਬਦਕਿਸਮਤੀ ਵੀ ਆ ਕਿ ਇਹੋ ਜਿਹੇ ਲੋਕ, ਬੁੱਗ ਤੇ ਮਾਊ ਕਿਸਮ ਦੇ ਲੋਕ ਜਿਹੜੇ ਆ, ਉਹ ਸਾਡੇ ਗਲ ਪਏ ਹੋਏ ਆ, ਜਿਨ੍ਹਾਂ ਨੂੰ ਸਿਆਸੀ ਤੌਰ 'ਤੇ ਕੋਈ ਅਕਲ ਨਹੀਂ, ਨਾ ਉੱਥੇ ਜਾ ਕੇ ਕੋਈ ਚੱਜ ਦੀ ਗੱਲ ਕਰਦੇ ਆ, ਨਾ ਇੱਥੇ ਹੀ। ਬਣਨ ਤੋਂ ਪਹਿਲਾਂ ਵੀ ਕੋਈ ਕੰਮ ਨਹੀਂ, ਬਣ ਕੇ ਹੀ ਕਰ ਲਓ। ਤੁਹਾਨੂੰ ਮੌਕਾ ਦਿੱਤਾ ਲੋਕਾਂ ਨੇ, ਹੁਣ ਹੀ ਲੋਕਾਂ ਨਾਲ ਖੜ ਜਾਓ। ਸਾਡੇ ਭਾਈਚਾਰੇ 'ਚ ਜਿਹੜੇ ਮੈਂਬਰ ਪਾਰਲੀਮੈਂਟ, ਫਿਰ ਉਹਨਾਂ ਦੀ ਗੱਲ ਕਰਦਾ ਕਿ ਪਿੱਛੇ ਜਿਹੇ ਗੈਸ ਦੀਆਂ ਕੀਮਤਾਂ ਨਾਰਥ ਅਮਰੀਕਾ 'ਚ ਨਹੀਂ, ਮੈਨੂੰ ਪਤਾ ਲੱਗਾ ਕਿ ਵਰਲਡ 'ਚ ਸਭ ਤੋਂ ਵੱਧ ਉੱਪਰਲੀਆਂ ਸੀ। ਪਰ ਇਹਨਾਂ ਨੇ ਸਾਡੇ ਮੈਂਬਰ ਪਾਰਲੀਮੈਂਟਾਂ ਲੋਕਾਂ ਨਾਲ ਖੜਨ ਦੀ ਬਜਾਏ ਕਾਰਪੋਰੇਸ਼ਨਾਂ ਨਾਲ ਖੜੇ, ਸਥਾਪਤੀ ਨਾਲ ਖੜੇ, ਸਰਕਾਰਾਂ ਨਾਲ ਖੜੇ, ਕਿਸੇ ਨੇ ਵੀ ਰੌਲਾ ਨਹੀਂ ਪਾਇਆ। ਮੈਂ ਨਹੀਂ ਸੁਣਿਆ, ਹੋ ਸਕਦਾ ਮੇਰੀ ਜਿਹੜੀ ਜਾਣਕਾਰੀ ਅਧੂਰੀ ਹੋਵੇ, ਪਰ ਮੇਰੀ ਗੱਲ ਜੇ ਸੁਣਦੇ ਹੋਣ ਤਾਂ ਘੱਟੋ ਘੱਟ ਆ ਸਕਦੇ ਵੀ ਅਸੀਂ ਇੱਥੇ ਰੌਲਾ ਪਾਇਆ। $2.49 50 ਸੈਂਟ 60 ਸੈਂਟ ਨੂੰ ਗੈਸ ਹੋਈ, ਕਿਉਂਕਿ ਇਹਨਾਂ ਦੀ ਗੈਸ ਤੇ ਸਰਕਾਰ ਪੇ ਕਰਦੀ ਆ। ਅਸੀਂ ਮਜ਼ਦੂਰੀ, ਅਸੀਂ ਸਾਰਿਆਂ ਨੇ ਕੰਮ ਕਰਕੇ ਉਹ ਗੈਸ ਪੂਰੀ ਕਰਨੀ, ਪਰ ਸਾਡੇ ਨਾਲ ਬਦਕਿਸਮਤੀ ਲੋਕ ਖੜਦੇ ਨਹੀਂ। ਔਰ ਇਹੋ ਜਿਹੇ ਜਿਹੜੇ ਨਾਅਰੇ ਲਾ ਕੇ ਜਿਸ ਤਰ੍ਹਾਂ ਉੱਥੇ ਸਿਆਸਤਦਾਨ ਕਰਦੇ, ਅਸੀਂ ਵੀ ਉੱਦਾਂ ਹੀ ਉਹੀ ਰਾਹ ਚੁਣਿਆ ਹੈ ਇਹਨਾਂ ਨੇ ਕਿ ਲੋਕਾਂ ਨੂੰ ਕਦੇ ਇੱਕ ਧਰਮ ਦਾ ਮੰਥ ਬਣਾ ਦਿਓ, ਕਦੇ ਦੂਜੇ ਦਾ। ਲੋਕਾਂ ਦੇ ਜੀਵਨ ਪੱਧਰ ਲਈ ਤੁਸੀਂ ਕੀ ਕਰਦੇ ਆ? ਜਿਸ ਕੰਮ ਲਈ ਤੁਹਾਨੂੰ ਚੁਣਿਆ ਗਿਆ, ਕੀ ਉਹਦੇ ਲਈ ਖੜਦੇ ਆ? ਸਾਨੂੰ ਇਹੋ ਜਿਹਾ ਬਨੌਟੀ ਗੱਲਾਂ ਨਹੀਂ ਚਾਹੀਦੀਆਂ। ਸਾਨੂੰ ਇਹੀ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਲ ਪ੍ਰੈਕਟੀਕਲੀ ਜਿਹੜੀਆਂ ਵਰਕਰਾਂ ਦੀਆਂ ਕੋ ਮੰਗਾਂ, ਫਾਰਮ ਵਰਕਰ ਫਰੰਟ ਦੇ ਇੱਥੇ ਬਥੇਰੇ ਮੁਜ਼ਾਹਰੇ ਹੋਏ, ਅਸੀਂ ਵੀ ਕੀਤੇ। ਸਾਨੂੰ ਫੋਨ ਆਇਓ, ਨਾ 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 ਤੁਹਾਡਾ ਪੰਗਾ ਪੈ ਜੀ, ਉੱਥੇ ਨਾ ਕਰਿਓ, ਆਏ ਵੀ ਨਹੀਂ ਕੋਈ ਬੋਲਣ। ਸੋ ਅਸੀਂ, ਮੇਰੀ ਜਿਹੜੀ ਇੱਥੇ ਦੇ ਇਲੈਕਟਡ, ਭਾਵੇਂ ਉਹ MLAs ਆ, ਭਾਵੇਂ ਉਹ ਮੈਂਬਰ ਪਾਰਲੀਮੈਂਟਸ ਆ, ਚਾਹੀਦਾ ਕਿ ਲੋਕਾਂ ਨਾਲ ਖੜੋ, ਸੱਚ ਨਾਲ ਖੜੋ, ਕਿਉਂਕਿ ਜੇ ਸੱਚ ਨਾਲ ਖੜੋਗੇ ਤਾਂ ਲੋਕ ਹਮੇਸ਼ਾ ਤੁਹਾਡੇ ਨਾਲ ਖੜੇ ਰਹਿਣਗੇ। ਬਾਕੀ ਮੈਂ ਫਿਰ ਮੇਰੀ ਕੋਈ ਜ਼ਿਆਦਾ ਤਿਆਰੀ ਨਹੀਂ ਸੀ ਇਹਦੇ ਬਾਰੇ, ਵਧੀਆ ਸੀ ਮੈਂ ਇਹਨਾਂ ਬਾਰੇ ਪੜ੍ਹ ਕੇ ਆਉਂਦਾ, ਪਰ ਮੈਨੂੰ ਇੰਨਾ ਕੁ ਪਤਾ ਕਿ ਇਹਨਾਂ ਨੇ ਬੜੀ ਵੱਡੀ ਲੜਾਈ ਜਿਹੜੀ ਆ
ਇਹ ਧਾਰਮਿਕ ਸੰਸਥਾ ਦੇ ਲੀਡਰ ਸੀ, ਪਰ ਇਹਨਾਂ ਨੇ ਨੈਲਸਨ ਮੰਡੇਲਾ ਤੋਂ ਉਹਨਾਂ ਦੀ ਜਿਹੜੀ ANC ਉਹਨਾਂ ਨਾਲ ਰਲ ਕੇ ਜਿਹੜੀ ਲੜਾਈ ਲੜੀ ਔਰ ਉੱਥੋਂ ਜਿਹੜਾ ਨਸਲਵਾਦ ਦਾ ਜਿਹੜੀ ਜੜ ਪੱਟੀ। ਸੋ ਮੈਂ ਧੰਨਵਾਦ ਕਰਦਾ ਗੁਰਪ੍ਰੀਤ ਹੋਣਾ ਦਾ ਕਿ ਜਿਹੜੇ ਇਹਦੇ ਵਿੱਚ ਹੋਰ ਵੀ ਇੰਸੀਡੈਂਟ ਆ, ਭਾਵੇਂ ਉਹ ਪੁਰਾਣੇ ਇਤਿਹਾਸਕ ਆ ਜਾਂ ਹੁਣ ਦੀਆਂ ਕੁਛ ਇੰਸੀਡੈਂਟ ਆ, ਉਹਨਾਂ ਬਾਰੇ ਇਹ ਡਿਟੇਲ 'ਚ ਬੜਾ ਲਿਖਦੇ ਆ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਜੀ। ਸਾਹਿਬ ਸਿੰਘ ਜੀ ਬਹੁਤ ਸ਼ੁਕਰੀਆ ਤੁਹਾਡਾ। ਸੋ ਅਖੀਰ 'ਚ ਕਮਲਜੀਤ ਸਿੰਘ ਥਿੰਦ ਉਹਨਾਂ ਨੂੰ ਬੇਨਤੀ ਕਿ ਉਹ ਆ ਕੇ 2 ਲਫ਼ਜ਼ ਕਹਿਣ ਔਰ ਅੱਜ ਦੇ ਪ੍ਰੋਗਰਾਮ ਨੂੰ ਸਮੇਟਾਂਗੇ ਅਸੀਂ, ਕਿਉਂਕਿ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਇਸ ਉਪਰਾਲੇ ਲਈ। ਕਮਲਜੀਤ ਸਿੰਘ ਥਿੰਦ। ਥੈਂਕ ਯੂ ਗੁਰਪ੍ਰੀਤ ਭਾਜੀ। ਮੈਂ ਸਾਰੇ ਆਏ ਹੋਏ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਔਰ ਇਹ ਕੈਲੰਡਰ ਗੁਰਪ੍ਰੀਤ ਜੀ ਪਿਛਲੇ 1.5 ਦਹਾਕੇ ਤੋਂ ਰਿਲੀਜ਼ ਕਰਦੇ ਆ ਰਹੇ ਆ, ਅਤੇ ਇਸ ਕੈਲੰਡਰ ਦੇ ਵਿੱਚ ਜਿਹੜੀਆਂ ਤਰੀਕਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਉਹ ਪ੍ਰਗਤੀਸ਼ੀਲ ਲੋਕ ਅਤੇ ਜੋ ਸਥਾਪਤੀ ਦੇ ਖਿਲਾਫ ਲੜਦੇ ਰਹੇ ਉਹਨਾਂ ਲੋਕਾਂ ਨੂੰ ਯਾਦ ਕਰਨ ਲਈ ਇਹ ਤਰੀਕਾਂ ਸ਼ਾਮਲ ਕੀਤੀਆਂ ਜਾਂਦੀਆਂ ਹਨ। ਅਤੇ ਮੈਂ ਗੁਰਪ੍ਰੀਤ ਜੀ ਦਾ ਬਹੁਤ ਧੰਨਵਾਦੀ ਹਾਂ ਜਿਹੜੇ ਆਲਵੇਜ਼ ਸਾਨੂੰ ਨਾਲ ਵਿੱਚ ਸ਼ਾਮਲ ਕਰ ਲੈਂਦੇ ਆ, ਅਤੇ ਮੈਂ ਆਪ ਸਭ ਦਾ ਧੰਨਵਾਦ ਕਰਦਾ ਜਿਹੜੇ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਕੈਲੰਡਰ ਨੂੰ ਰਿਲੀਜ਼ ਕਰਨ ਲਈ ਇੱਥੇ ਪਹੁੰਚੇ। ਥੈਂਕ ਯੂ ਜੀ। ਬਹੁਤ ਸ਼ੁਕਰੀਆ ਜੀ। ਸੋ ਸਭ ਨੂੰ ਬੇਨਤੀ ਕਿ ਹੁਣ ਪਲੀਜ਼ ਚਾਹ ਅਤੇ ਕੁਝ ਸਨੈਕਸ ਹਾਜ਼ਰ ਨੇ, ਪਲੀਜ਼ ਸਰਵ ਯੂ ਸੈਲਫ, ਅਤੇ ਉਸ ਤੋਂ ਬਾਅਦ ਕੈਲੰਡਰ ਦੀ ਕਾਪੀ ਜ਼ਰੂਰ ਲੈ ਕੇ ਜਾਇਓ। ਅਤੇ ਗਰੁੱਪ ਪਿਕਚਰ ਲਈ ਸਾਰਿਆਂ ਨੂੰ ਬੇਨਤੀ ਇੱਕ ਵਾਰੀ ਇੱਥੇ ਮੰਚ 'ਤੇ ਆਉਣ ਦੀ ਕਿਰਪਾਲਤਾ ਕਰਨੀ।